सत श्री अकाल जी सारिਆਂ ਨੂੰ। जय कलम जय ਸਾਹਿਤ पंजाब पंजाबी पंजाबीयत जिंदाबाद। ਅੱਜ ਪਹੁੰਚੇ ਹਾਂ ਆਪਾਂ ਬਾਬਾ ਫਰੀਦ ਜੀਆਂ ਦੀ ਪਾਵਨ ਸਰੂਪ ਧਰਤੀ ਤੇ ਫਰੀਦਕੋਟ ਵਿਖੇ, ਜਿੱਥੇ ਸਰਕਾਰੀ ਬਰਜਿੰਦਰਾ ਕਾਲਜ ਵਿਖੇ ਪੁਸਤਕ ਮੇਲਾ ਲਗਾਇਆ ਗਿਆ, ਪੁਸਤਕ ਪ੍ਰਦਰਸ਼ਨੀ ਲਗਾਈ ਗਈ ਆ। ਸਾਹਿਤਕ ਮੰਚ ਵੱਲੋਂ ਇੱਥੇ ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਇੱਕ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਹੈ। ਤਾਂ ਇੱਥੇ ਆਪਾਂ ਵੱਖੋ-ਵੱਖ ਬੁਲਾਰਿਆਂ ਦੇ ਨਾਲ ਤੇ ਜਿੰਨੇ ਵੀ ਇੱਥੇ ਸਟੂਡੈਂਟ ਕਿਤਾਬਾਂ ਖਰੀਦਣ ਦੇ ਲਈ ਪਹੁੰਚੇ ਨੇ ਜਾਂ ਜਿਨ੍ਹਾਂ ਨੇ ਸਟਾਲਾਂ ਲਗਾਈਆਂ ਨੇ ਪਬਲਿਸ਼ਰਾਂ ਵੱਲੋਂ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਤਾਂ ਆਓ ਆਪਾਂ ਪੁਸਤਕ ਪ੍ਰਦਰਸ਼ਨੀ ਦਿਖਾਉਂਦੇ ਸਾਨੂੰ। ਆਓ ਜੀ। सत श्री अकाल जी सारिਆਂ ਨੂੰ। ਅੱਜ ਆਪਾਂ ਬਲਜਿੰਦਰਾ ਕਾਲਜ ਫਰੀਦਕੋਟ ਵਿਖੇ ਪਹੁੰਚੇ ਹਾਂ, ਜਿੱਥੇ ਪੁਸਤਕ ਪ੍ਰਦਰਸ਼ਨੀ ਲੱਗੀ ਹੋਈ ਆ ਤੇ ਇੱਕ ਪਾਸੇ ਕਵੀ ਦਰਬਾਰ ਵੀ ਲੱਗਿਆ ਹੋਇਆ ਹੈ। ਤਾਂ ਤੁਹਾਨੂੰ ਵੱਖ-ਵੱਖ ਪ੍ਰਦਰਸ਼ਨੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਵੱਖ-ਵੱਖ ਪਬਲਿਸ਼ਰਾਂ ਵੱਲੋਂ ਨੇ ਤੇ ਵੱਖ-ਵੱਖ ਵੰਨਗੀ ਦੀਆਂ ਜਿਹੜੀਆਂ ਇੱਥੇ ਕਿਤਾਬਾਂ ਨੇ ਉਹ ਵੀ ਤੁਹਾਨੂੰ ਮਿਲਣਗੀਆਂ। ਤਾਂ ਤੁਹਾਨੂੰ ਪ੍ਰਦਰਸ਼ਨੀ ਵੀ ਦਿਖਾਵਾਂਗੇ। ਤਾਂ ਵੱਖ-ਵੱਖ ਜੋ ਸਟੂਡੈਂਟ ਨੇ ਇੱਥੇ ਉਹਨਾਂ ਦੇ ਨਾਲ ਵੀ ਤੁਹਾਨੂੰ ਮਿਲਾਉਣ ਦੀ ਕੋਸ਼ਿਸ਼ ਕਰਾਂਗੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਜਿਹੜੇ ਵੱਖੋ-ਵੱਖ ਲੇਖਕ ਨੇ ਉਹਨਾਂ ਦੇ ਨਾਲ ਮਿਲਾਉਣ ਦੀ ਵੀ ਆਪਾਂ ਜਿਹੜੀ ਕੋਸ਼ਿਸ਼ ਕਰਾਂਗੇ। ਤਾਂ ਪੁਸਤਕਾਂ ਤੁਸੀਂ ਇਸ ਸਮੇਂ ਜਿਹੜੀਆਂ ਸਟਾਲ 'ਤੇ ਦੇਖ ਸਕਦੇ ਹੋ, ਨਾਵਲ ਨੇ, ਕਹਾਣੀਆਂ, ਕਵਿਤਾਵਾਂ, ਸ਼ਾਇਰੀ, ਹਰ ਤਰ੍ਹਾਂ ਦੀ ਵੰਨਗੀ ਦੀ ਜਿਹੜੀ ਕਿਤਾਬ ਹੈ ਤੁਹਾਨੂੰ ਮਿਲ ਸਕਦੀ ਆ। ਅਤੇ ਜਿੱਥੇ ਇਹ ਕਿਤਾਬਾਂ ਪੰਜਾਬੀ ਮਾਤ ਭਾਸ਼ਾ ਵਿੱਚ ਲਿਖੀਆਂ ਹੋਈਆਂ ਨੇ ਤਾਂ ਤੁਹਾਨੂੰ ਇੱਥੇ ਹਿੰਦੀ ਮੀਡੀਅਮ ਦੀਆਂ ਵੀ ਮਿਲਣਗੀਆਂ, ਇੰਗਲਿਸ਼ ਵਿੱਚ ਵੀ ਮਿਲਣਗੀਆਂ। ਅਤੇ ਇਸ ਦੇ ਇਲਾਵਾ ਸ਼ਾਇਰ ਨੇ ਜਿਹੜੇ ਵੱਖੋ-ਵੱਖ, ਜਿਵੇਂ ਪਾਕਿਸਤਾਨੀ ਸ਼ਾਇਰ ਅਤੇ ਪੰਜਾਬੀ ਦੇ ਸ਼ਾਇਰ ਹੈਗੇ ਨੇ, ਹਿੰਦੀ ਮੀਡੀਅਮ ਦੇ ਵਿੱਚ ਵੀ ਜੋ ਸ਼ਾਇਰ ਨੇ ਉਹ ਵੀ ਤੁਹਾਨੂੰ ਮਿਲਣਗੀਆਂ। ਤਾਂ ਇਸ ਸਾਈਡ 'ਤੇ ਵੀ ਤੁਸੀਂ ਦੇਖ ਸਕਦੇ ਹੋ, ਇਹ ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਦੀ ਜਿਹੜੀ ਸਟਾਲ ਹੈ ਇਸ ਸਮੇਂ ਲੱਗੀ ਹੋਈ ਹੈ। ਤਾਂ ਵੀਰ ਜੀ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਫਰੀਦਕੋਟ ਅੱਜ ਬਰਜਿੰਦਰਾ ਕਾਲਜ ਦੇ ਵਿੱਚ ਪੁਸਤਕ ਮੇਲੇ 'ਤੇ ਪਹੁੰਚੇ ਹੋ, ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ? ਬੜਾ ਵਧੀਆ ਫੀਲ ਹੋ ਰਿਹਾ ਜੀ। ਕਿਤਾਬਾਂ ਇੱਕ ਬਹੁਤ ਵੱਡਾ ਗਿਆਨ ਦਾ ਸਾਧਨ ਹੁੰਦੀਆਂ ਹੈ ਨਾ ਜੀ। ਅੱਜ ਕੱਲ੍ਹ ਜਿਹੜੀ ਨਵੀਂ ਪੀੜ੍ਹੀ ਹੈ ਇਹਦੇ ਵਿੱਚ ਕਿਤਾਬਾਂ ਪੜ੍ਹਨ ਦਾ ਰੁਝਾਨ ਲਗਭਗ ਖਤਮ ਹੋ ਚੁੱਕਾ ਹੈ, ਠੀਕ ਹੈ ਨਾ। ਅਤੇ ਇੱਕ ਚੀਜ਼ ਹੁੰਦੀ ਹੈ, ਕਹਿੰਦੇ ਵੀ ਜਿਹੜਾ ਇੱਕ ਪੜ੍ਹਨ ਵਾਲਾ ਬੰਦਾ ਹੁੰਦਾ, ਠੀਕ ਹੈ ਨਾ, ਇੱਕ ਰੀਡਰ ਜਿਹੜਾ ਉਹ ਹਜ਼ਾਰਾਂ ਜ਼ਿੰਦਗੀਆਂ ਜੀਂਦਾ, ਹਜ਼ਾਰਾਂ ਜ਼ਿੰਦਗੀਆਂ। ਅਤੇ ਜਿਹੜਾ ਨਹੀਂ ਪੜ੍ਹਨ ਵਾਲਾ ਉਹ ਇੱਕ ਵੀ ਨਹੀਂ ਜੀਂਦਾ। ਜਦੋਂ ਵੀ ਆਪਾਂ ਕਿਸੇ ਲੇਖਕ ਦੀ, ਕਿਸੇ ਮਹਾਨ ਇਨਸਾਨ ਦੀ ਆਪਾਂ ਜੀਵਨੀ ਪੜ੍ਹਦੇ ਹਾਂ ਤਾਂ ਆਪਾਂ ਇੱਕ ਵਾਰੀ ਪੂਰਾ ਉਹਦੇ ਵਿੱਚ ਦੀ ਵਿਚਰਦੇ ਹਾਂ, ਠੀਕ ਹੈ ਨਾ। ਅਤੇ ਕਾਫੀ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਸਿੱਖਣ ਨੂੰ ਮਿਲਦੀਆਂ, ਖਾਸ ਤੌਰ 'ਤੇ ਜਿਹੜਾ ਸਾਡਾ ਧਰਮ ਸੀ ਸਿੱਖ ਦਾ ਮਤਲਬ ਹੀ ਸੀ ਸਿੱਖਣਾ, ਠੀਕ ਹੈ ਨਾ। ਸੋ ਬਹੁਤ ਸਾਰੀਆਂ ਕਿਤਾਬਾਂ ਇਹੋ ਜਿਹੀ, ਕਿਤਾਬ ਇੱਕ ਇਹੋ ਜਿਹਾ ਸਾਧਨ ਹੈ ਜਿਹਦੇ ਨਾਲ ਅਸੀਂ ਬਹੁਤ ਹੀ ਬਰੀਕੀਆਂ ਜਿਹੜੀਆਂ ਆਪਣੀ ਜ਼ਿੰਦਗੀ ਦੇ ਵਿੱਚ ਸਿੱਖ ਸਕਦੇ ਹਾਂ। ਅਤੇ ਖੈਰ ਮੇਰਾ ਤਾਂ ਰੂਟੀਨ ਹੈ, ਮੈਂ ਡੇਲੀ ਜਿੰਨਾ ਚਿਰ ਪੜ੍ਹ ਨਾ ਲਵਾਂ ਕੁਛ ਨਾ ਕੁਛ ਉਹਨਾਂ ਚਿਰ ਚੈਨ ਨਹੀਂ ਹੁੰਦੀ ਹੈਗੀ। ਅਤੇ ਸਪੈਸ਼ਲੀ ਅਸੀਂ ਫਿਰੋਜ਼ਪੁਰ ਤੋਂ ਇੱਥੇ ਬੁੱਕਸ ਲੈਣ ਵਾਸਤੇ ਆਏ ਹਾਂ ਜੀ। ਤੁਸੀਂ ਕਿਤਾਬਾਂ ਪੜ੍ਹਦੇ ਹੋ, ਨੌਜਵਾਨ ਕਈ ਮੁੱਢਲੇ ਪਾਠਕ ਹੁੰਦੇ ਨੇ, ਉਹਨਾਂ ਦੀਆਂ ਨਵੇਂ ਪਾਠਕ ਦੇ ਜੁੜਨ ਦੇ ਲਈ ਮੁੱਢਲੀਆਂ ਕਿਤਾਬਾਂ ਕਿਹੜੀਆਂ ਹੋਣੀਆਂ ਚਾਹੀਦੀਆਂ? ਇਹ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਹਰੇਕ ਬੰਦੇ ਦਾ ਨਾ ਆਪਣਾ ਆਪਣਾ ਇੰਟਰਸਟ ਹੁੰਦਾ ਹੈ। ਕਿਸੇ ਨੂੰ ਕੋਈ ਕਿਤਾਬ ਪਸੰਦ ਹੁੰਦੀ, ਕਿਸੇ ਨੂੰ ਸਵੈ ਜੀਵਨੀਆਂ ਪਸੰਦ ਹੁੰਦੀਆਂ, ਕਿਸੇ ਨੂੰ ਰੋਮਾਂਟਿਕ ਨਾਵਲਸ ਪਸੰਦ ਹੁੰਦੇ ਨੇ, ਠੀਕ ਹੈ ਨਾ। ਇਹਦੇ ਵਾਸਤੇ ਕੋਈ ਇੱਦਾਂ ਦੀ ਕੋਈ ਆਪਾਂ ਕਹਿ ਸਕਦੇ ਹਾਂ ਪਰਫੈਕਸ਼ਨ ਹੈ ਨਹੀਂ ਵੀ ਬੰਦੇ ਨੇ ਪੜ੍ਹਨਾ ਸ਼ੁਰੂ ਕਰਨਾ ਤੇ ਆਹੀ ਨਾਵਲ ਪੜ੍ਹਨਾ ਸ਼ੁਰੂ ਕਰਨਾ। ਜੀ ਤਾਂ ਸਾਹਿਤ ਇੱਕ ਸਮਾਜ ਦਾ ਦਰਪਣ ਕਿਹਾ ਜਾਂਦਾ ਵੀ ਸਾਹਿਤ ਹੈ ਜਿਹੜਾ ਸਮਾਜ ਦਾ ਦਰਪਣ ਹੈ, ਪਰ ਕਿਤੇ ਨਾ ਕਿਤੇ ਸਮਾਜਿਕ ਸਰੋਕਾਰਾਂ ਦੀ ਗੱਲ ਉਹਦੇ ਵਿੱਚ ਬਹੁਤ ਘੱਟ ਹੁੰਦੀ ਹੈ। ਰਚਨਾਵਾਂ ਇਸ਼ਕ ਬੰਦਗੀ ਦੁਆਲੇ ਘੁੰਮਦੀਆਂ ਨੇ, ਕੀ ਕਹਿਣਾ ਚਾਹੁੰਦੇ ਹੋ? ਨਹੀਂ, ਇਹੋ ਜਿਹੀ ਗੱਲ ਨਹੀਂ ਹੈਗੀ। ਬਹੁਤ ਸਾਰੇ ਜਿਹੜੇ ਹੈਗੇ ਆ, ਜਿਹੜੇ ਸਾਹਿਤਕਾਰ ਆ ਜਾਂ ਜਿਹੜੇ ਰਾਈਟਰ ਹੈਗੇ, ਉਹਨਾਂ ਨੇ ਬਹੁਤ ਸਾਰੀਆਂ ਹੋਰ ਚੀਜ਼ਾਂ ਬਾਰੇ ਵੀ ਬੜਾ ਖੁੱਲ੍ਹ ਕੇ ਲਿਖਿਆ ਹੋਇਆ ਵਾ। ਇਹ ਦਾਇਰਾ ਹੈ ਹਰੇਕ ਕਿਸੇ ਦਾ ਕਿੰਨਾ ਦਾਇਰਾ, ਕਿਸੇ ਦਾ ਕਿੰਨਾ। ਜਿਵੇਂ ਆਪਾਂ ਦੇਖਦੇ ਨਾ ਵੀ ਕੋਈ ਬੰਦਾ ਹੁੰਦਾ ਪਿੰਡ ਦਾ ਸਰਪੰਚ, ਉਹਦਾ ਪਿੰਡ ਤੱਕ ਹੁੰਦਾ ਹੈ ਨਾ। ਉਸ ਤੋਂ ਗਾਂ MLA ਉਹਦਾ ਆਪਦੇ ਇਲਾਕੇ ਤੱਕ ਹੁੰਦਾ ਹੈ ਨਾ। ਉਸ ਤੋਂ ਬਾਅਦ ਜੇ MP ਆ ਜਾਂਦੇ ਆ ਤਾਂ ਉਹਦਾ ਇੱਕ ਜ਼ਿਲ੍ਹੇ ਤੱਕ ਹੁੰਦਾ ਹੈ। ਫਿਰ ਮੁੱਖ ਮੰਤਰੀ ਆ ਜਾਂਦਾ ਉਹ ਪੂਰਾ ਪੰਜਾਬ ਤੱਕ। ਇੱਦਾਂ ਉੱਪਰ ਦੀ ਉੱਪਰ ਹਰੇਕ ਬੰਦੇ ਦਾ ਦਾਇਰਾ ਹੈ ਨਾ। ਸੋ ਜਦੋਂ ਆਪਾਂ ਦਾਇਰਾ ਵੱਡਾ ਕਰਦੇ ਹਾਂ, ਕਿਤਾਬਾਂ ਇਹ ਨਹੀਂ ਇਕੱਲੇ ਰੋਮਾਂਟਿਕ ਨਾਵਲ ਹੀ ਹੁੰਦੀਆਂ ਨੇ, ਇਸ਼ਕ ਦੇ ਦੁਆਲੇ ਘੁੰਮਦੀਆਂ ਨੇ। ਬਹੁਤ ਹੀ ਤੁਸੀਂ ਦੁਨੀਆ ਦੀ ਕੋਈ ਵੀ ਚੀਜ਼ ਲੈ ਲਓ, ਕੋਈ ਵੀ ਇਹੋ ਜਿਹਾ ਟੌਪਿਕ ਲੈ ਲਓ, ਹਰ ਚੀਜ਼ 'ਤੇ ਤੁਹਾਨੂੰ ਬੁੱਕ ਮਿਲ ਜੂਗੀ, ਹਰ ਚੀਜ਼ 'ਤੇ। ਤਾਂ ਨਵੇਂ ਨੌਜਵਾਨ ਜੋ ਹਜੇ ਸਾਹਿਤ ਵੱਲ ਆ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਇਹੀ ਸੁਨੇਹਾ ਹੈ ਵੀ ਕਮ ਸੇ ਕਮ ਪੜ੍ਹਨਾ ਸ਼ੁਰੂ ਕਰੋ। ਆਪਣੇ ਤੇ ਇੱਧਰ ਪੜ੍ਹਨ ਦਾ ਰੁਝਾਨ ਹੀ ਖਤਮ ਹੁੰਦਾ ਜਾ ਰਿਹਾ ਹੈ। ਤੁਸੀਂ ਫੋਰਨ ਕੰਟਰੀਜ਼ ਦੇ ਵਿੱਚ ਜਾਓ, ਕਿਸੇ ਬੱਸ 'ਚ, ਟ੍ਰੇਨ 'ਚ ਸਫ਼ਰ ਕਰੋ, ਉਹਨਾਂ ਦੇ ਹੱਥ 'ਚ ਹਮੇਸ਼ਾ ਇੱਕ ਚੀਜ਼ ਹੁੰਦੀ, ਕਿਤਾਬ ਉਹਨਾਂ ਕੋਲ ਜ਼ਰੂਰ ਹੁੰਦੀ ਹੈ।
ਠੀਕ ਹੈ ਨਾ। ਤੇ ਆਪਣੇ ਤੇ ਇੱਥੇ ਕਿਤਾਬ ਦੇਖਣ ਨੂੰ ਮਿਲਦੀ ਵੀ ਨਹੀਂ ਹੈਗੀ, ਠੀਕ ਹੈ ਨਾ। ਸੋ ਜਦੋਂ ਆਪਾਂ ਪੜ੍ਹਦੇ ਹਾਂ ਕਿਸੇ ਨੂੰ ਬਹੁਤ ਹੀ ਬਰੀਕ ਚੀਜ਼ਾਂ ਆਪਾਂ ਸਿੱਖ ਜਾਂਦੇ ਹਾਂ ਕਈ ਵਾਰੀ ਇੱਕ ਛੋਟੀ ਜਿਹੀ ਚੀਜ਼ ਸਾਰੀ ਕਿਤਾਬ ਪੜ੍ਹਦੇ ਹਾਂ ਤੇ ਉਹਦੇ ਨਾਲ ਕੀ ਹੁੰਦਾ ਹੈ ਵੀ ਇੱਕ ਖਿਆਲ ਵੀ ਤਬਦੀਲ ਜਦੋਂ ਆਪਣੀ ਲਾਈਫ ਦੇ ਵਿੱਚ ਹੁੰਦਾ ਹੈ, ਤੇ ਜਦੋਂ ਆਪਣਾ ਖਿਆਲ ਤਬਦੀਲ ਹੁੰਦਾ ਹੈ ਤੇ ਉਹ ਇੱਕ ਖਿਆਲ ਤਬਦੀਲ ਹੋਣ ਦੇ ਨਾਲ ਹੀ ਆਪਣੀ ਸਾਰੀ ਜਿਹੜੀ ਜ਼ਿੰਦਗੀ ਹੈ ਉਹ ਪੂਰੀ ਤਬਦੀਲ ਹੋ ਜਾਂਦੀ ਹੈ, ਠੀਕ ਹੈ ਨਾ। ਸੋ ਇਹ ਹੈ ਵੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ। ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਨੂੰ ਜਾਣਕਾਰੀ ਦੇਣ ਦੀ। ਤਾਂ ਬਹੁਮੁੱਲੇ ਸ਼ਬਦਾਂ ਦੇ ਨਾਲ ਸਾਨੂੰ ਵੀਰ ਜੀਆਂ ਨੇ ਆਪਣੇ ਵਿਚਾਰ ਨੇ ਜਿਹੜੇ ਸਾਡੇ ਨਾਲ ਸਾਂਝ ਪਾਈ ਹੋਈ ਆ। ਤਾਂ ਆਪਾਂ ਹੋਰ ਜਿਹੜੇ ਵੀ ਇੱਥੇ ਵੀਰ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ। ਤਾਂ ਵੀਰ ਨਵਾਬ ਖਾਨ ਜੀ ਖੜੇ ਹੋਏ ਨੇ ਅਕੀਦਤ ਕਿਤਾਬ ਦੇ ਨਾਲ, ਜੋ ਸਾਡੇ ਵਿੱਚ ਸਾਹਿਤ ਜਗਤ ਦੇ ਵਿੱਚ ਆਏ ਨੇ। ਬੜੀ ਵਧੀਆ ਕਿਤਾਬ ਹੈ, ਬੜੇ ਵਧੀਆ ਤੁਹਾਨੂੰ ਸ਼ਬਦ ਨੇ ਜਿਹੜੇ ਉਰਦੂ ਦੇ ਵੀ ਮਿਲਣਗੇ। ਤਾਂ ਬਹੁਤ ਹੀ ਵਧੀਆ ਕਿਤਾਬ ਵੀਰ ਦੀ ਹੈਗੀ। ਤਾਂ ਗੱਲਬਾਤ ਕਰਾਂਗੇ। ਵੀਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੁਸਤਕ ਮੇਲੇ ਦੇ ਵਿੱਚ ਪਹੁੰਚੇ ਹੋ, ਕੀ ਮਹਿਸੂਸ ਕਰ ਰਹੇ ਹੋ? ਬਹੁਤ ਸੋਹਣਾ ਲੱਗ ਰਿਹਾ ਕਿਤਾਬਾਂ ਪ੍ਰਤੀ ਰੁਝਾਨ ਦੇਖ ਕੇ, ਇੱਕ ਤਾਂ ਨੌਜਵਾਨੀ ਪੀੜ੍ਹੀ ਦਾ ਕਿਤਾਬਾਂ ਨਾਲ ਜੁੜਨਾ ਬਹੁਤ ਸੋਹਣਾ। ਤੁਸੀਂ ਨੌਜਵਾਨ ਹੋ, ਨੌਜਵਾਨ ਜਦੋਂ ਸਾਹਿਤ ਦੇ ਨਾਲ ਜੁੜਦੇ ਨੇ ਤਾਂ ਇੱਕ ਖੁਸ਼ੀ ਮਹਿਸੂਸ ਹੁੰਦੀ ਆ। ਹੋਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਜਿਹੜੇ ਮੁੱਢਲੇ ਪਾਠਕ ਨੇ ਜਾਂ ਮੁੱਢਲੇ ਲੇਖਕ ਨੇ, ਉਹਨਾਂ ਦੀਆਂ ਪਹਿਲਾਂ ਕਿਤਾਬਾਂ ਦੱਸੋਗੇ ਵੀ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ? ਕਿਤਾਬਾਂ ਜੇ ਸਾਹਿਤ ਵੱਲ ਜੁੜਨਾ, ਆਪਾਂ ਮੂਲ ਜਿੱਥੋਂ ਪੰਜਾਬੀ ਦਾ ਸ਼ੁਰੂ ਹੁੰਦਾ ਬਾਬਾ ਫਰੀਦ ਜੀ ਤੋਂ, ਜੀ। ਇੱਕ ਪੂਰੀ ਕਾਵਧਾਰਾ ਚੋਂ ਗੁਜ਼ਰਿਆ ਜਾਵੇ, ਜੋ ਆਪਣਾ ਪਿਛੋਕੜ ਆ, ਜੋ ਆਪਣੇ ਇੱਕ ਓਟ ਆ ਜਾਂ ਟੇਕ ਆ, ਵੱਡਾ ਫਲਸਫਾ ਹੈ ਜੀ, ਉਹਦੇ ਚੋਂ ਗੁਜ਼ਰਿਆ ਜਾਵੇ ਤੇ ਫਿਰ ਵਿਸ਼ਵ ਦੀਆਂ ਵੱਡੀਆਂ ਜਿਹੜੀਆਂ ਕਿਰਤਾਂ ਨੇ ਉਹ ਪੜ੍ਹੀਆਂ ਜਾਣ। ਜੀ। ਤੁਹਾਡੀਆਂ ਮੁੱਢਲੀਆਂ ਕਿਤਾਬਾਂ ਕਿਹੜੀਆਂ ਰਹੀਆਂ? ਮੈਂ ਸ਼ੁਰੂ 'ਚ ਜਦੋਂ ਸਭ ਤੋਂ ਪਹਿਲਾਂ ਇਹ ਗੱਲ ਕਰੀਏ, ਮੈਂ ਹੀਰ ਪੜ੍ਹੀ ਸੀ ਵਾਰਿਸ ਦੀ। ਉਸ ਤੋਂ ਬਾਅਦ ਇੱਕ ਝੁਕਾਅ ਜਿਹਾ ਬਣਿਆ ਪੋਇਟਰੀ ਵੱਲ, ਫਿਰ ਵਿਸ਼ਵ ਦੇ ਇਰਾਨੀ ਸਾਹਿਤ ਪੜ੍ਹਿਆ, ਰਸ਼ੀਅਨ ਪੜ੍ਹਿਆ, ਤਾਂ ਉਹ ਹੌਲੀ ਹੌਲੀ ਝੁਕਾਅ ਤੁਹਾਡਾ ਆਪਣਾ ਬਣੀ ਜਾਂਦਾ, ਉੱਦਾਂ ਹੀ ਬਣੀ ਜਾਂਦਾ ਜੀ। ਅਕੀਦਤ ਕਿਤਾਬ ਨੂੰ ਪੇਸ਼ ਕੀਤਾ, ਇਹ ਕਿੱਥੋਂ ਇਹਦੀ ਜਿਹੜੀ ਰਚਨਾ ਕੀਤੀ ਹੈ, ਕਲਪਨਾ ਹੀ ਆ, ਹਾਦਸੇ ਨੇ ਤੇ ਜਾਂ ਅਨੁਭਵਾਂ 'ਚੋਂ? ਸਾਰਾ ਕੁਝ ਮਿਕਸ ਹੀ ਹੁੰਦਾ, ਕਿਉਂਕਿ ਕਵਿਤਾ ਮੈਨੂੰ ਲੱਗਦੀ ਹੁੰਦੀ ਹੈ ਸੁਚੇਤ ਤੇ ਕੌਨਸ਼ੀਅਸ ਤੇ ਅਨਕੌਨਸ਼ੀਅਸ ਦੇ ਵਿਚਕਾਰ ਜਿਹਦੀ ਗੱਲ ਆ। ਥੋੜ੍ਹੀ ਤੁਹਾਨੂੰ ਹੋਸ਼ ਵੀ ਹੁੰਦੀ ਆ ਤੇ ਮਦਹੋਸ਼ੀ ਵੀ ਹੁੰਦੀ ਆ ਜੀ। ਤਾਂ ਇੱਕ ਅਹਿਮ ਜਿਹਾ ਹੋਰ ਸਵਾਲ ਹੈਗਾ ਨਵਾਬ, ਜਿਵੇਂ ਪੰਜਾਬੀ ਸਾਹਿਤ ਦੀਆਂ ਬਹੁਤ ਸਾਰੀਆਂ ਵਿਧਾ ਨੇ, ਨਾਵਲ ਹੋ ਗਈ, ਕਹਾਣੀ, ਗੀਤ ਵੀ ਸਾਹਿਤ ਦਾ ਹਿੱਸਾ। ਗੀਤ ਲਿਖਤੀ ਰੂਪ ਦੇ ਵਿੱਚ ਇਹਦੀ ਕਿਤਾਬ ਹੈ ਜਿਹੜੀ ਬਿਲਕੁਲ ਆਉਣੀ ਬੰਦ ਹੋ ਚੁੱਕੀ ਹੈ। ਤਾਂ ਇਹਨੂੰ ਮੰਨਦੇ ਹੋ ਵੀ ਸਾਹਿਤ ਦਾ ਇੱਕ ਅੰਗ ਹੈ ਜਿਹੜਾ ਖਤਮ ਹੁੰਦਾ ਜਾ ਰਿਹਾ? ਬਿਲਕੁਲ ਬਿਲਕੁਲ। ਗੀਤ ਤਾਂ ਮੈਨੂੰ ਲੱਗਦਾ ਕਵਿਤਾ ਤੋਂ ਵੀ ਵੱਡੀ ਰੀਚ ਰੱਖਦਾ ਹੈ। ਜਿੰਨੇ ਤੁਸੀਂ ਦੇਖੋ ਸੰਤ ਰਾਮਦਾਸੀ ਜੀ ਨੂੰ ਦੇਖ ਲਓ ਜੀ, ਉਹਨਾਂ ਦੀ ਜਿਹੜੀਆਂ ਗੱਲਾਂ ਨੇ ਲੋਕ ਮਨਾਂ ਤੇ ਲੋਕ ਜ਼ੁਬਾਨਾਂ ਤੇ ਹਾਲੇ ਵੀ ਤਰਦੀਆਂ ਨੇ। ਗੀਤ ਨੇ ਜਿਹੜੇ, ਗੀਤ ਤਾਂ ਕਵਿਤਾ ਤੋਂ ਵੀ ਵੱਧ ਰੀਚ ਰੱਖਦੇ ਆ। ਉਹ ਦੁਬਾਰਾ ਉਹ ਚੀਜ਼ਾਂ ਪ੍ਰਵਿਰਤੀਆਂ ਹੁਣ ਆ ਰਹੀਆਂ ਨੇ ਦੁਬਾਰਾ, ਤਕਰੀਬਨ ਸਾਰਾ ਕੁਝ ਸੁਮੇਲ ਜਿਹਾ ਹੋ ਰਿਹਾ, ਜ਼ਰੂਰੀ ਆ ਉਹ ਵੀ ਨਾਲ ਜੀ। ਤਾਂ ਨਵੇਂ ਨੌਜਵਾਨ ਜਿਹੜੇ ਸਾਹਿਤ ਵੱਲ ਆ ਰਹੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਇਹੀ ਆ ਕਿ ਸੋਹਣੀਆਂ ਪੜ੍ਹੀਆਂ ਜਾਣ ਕਿਤਾਬਾਂ, ਤਹਿਕੀਕ ਕਰੀ ਜਾਵੇ ਆਪਣੇ ਲੈਵਲ ਤੇ। ਇਹ ਨਾ ਹੋਵੇ ਕਿ ਅਸੀਂ ਇਕੱਲਾ ਸੋਸ਼ਲ ਮੀਡੀਆ ਤੇ ਹੁੰਦੀ ਵਾਹ ਦੇ ਅਨੁਸਾਰ ਹੀ ਕਿਤਾਬਾਂ ਪੜ੍ਹੀਏ। ਜੀ ਜੀ। ਕੋਈ ਤਹਿਕੀਕ ਕਰੀ ਜਾਵੇ ਆਪਣੇ ਲੈਵਲ ਤੇ, ਜਾਂ ਜਿਹੜੇ ਪਹਿਲਾਂ ਪਾਠਕ ਨੇ ਉਹਨਾਂ ਤੋਂ ਪਤਾ ਕਰਿਆ ਜਾਵੇ ਕਿਹੜੀਆਂ ਕਿਤਾਬਾਂ ਅਸੀਂ ਪੜ੍ਹਨੀਆਂ ਜੀ। ਅਕੀਦਤ ਕਿਤਾਬ ਤੋਂ ਬਾਅਦ ਹੋਰ ਕੋਈ ਕਿਤਾਬ ਸਾਹਿਤ ਦੀ ਝੋਲੀ ਕਦੋਂ ਪਾਉਣ ਜਾ ਰਹੇ ਹੋ? ਤਕਰੀਬਨ ਅਨੁਵਾਦ ਕਰ ਰਹੇ ਹਾਂ ਇੱਕ ਮੌਲਾਨਾ ਰੂਮੀ ਜੀ ਦਾ ਕਿਤਾਬ ਦਾ। ਜੀ ਜੀ। ਪੋਇਟਰੀ ਤਾਂ ਨਹੀਂ ਹਾਲੇ, ਕਿਉਂਕਿ ਪੋਇਟਰੀ ਇੱਕ ਬਹੁਤ ਸਹਿਜ ਵਾਲਾ ਵਰਤਾਰਾ ਹੈ। ਜੀ ਜੀ। ਅਨੁਵਾਦ ਇੱਕ ਹੋ ਚੁੱਕਿਆ, ਇੱਕ ਫਰੀਦੁਦੀਨ ਅਤਾਰ ਜੀ ਦੀ ਕਿਤਾਬ ਆ ਤਜ਼ਕਿਰਾਤੁਲ ਲੌਲੀਆ, ਉਹਦਾ ਅਨੁਵਾਦ ਕਰ ਰਹੇ ਜੀ। ਤਾਂ ਬਹੁਤ ਬਹੁਤ ਸ਼ੁਕਰੀਆ ਵੀ ਤਾਂ ਇਹਨੇ ਨਵਾਬ ਖਾਨ ਜੀ ਜਿਨ੍ਹਾਂ ਨੇ ਅਕੀਦਤ ਕਿਤਾਬ ਸਾਹਿਤ ਜਗਤ ਦੀ ਝੋਲੀ ਪਾਈ ਆ। ਤਾਂ ਇਸੇ ਤਰ੍ਹਾਂ ਤੁਹਾਨੂੰ ਜਿਹੜੀਆਂ ਸਟਾਲ ਇੱਕ ਵਾਰੀ ਹੋਰ ਨਜ਼ਰ ਮਰਵਾ ਦਈਏ, ਦੂਰ ਤੱਕ ਜਿਹੜੀ ਕਿਤਾਬਾਂ ਦੀ ਸਟਾਲ ਲੱਗੀ ਹੋਈ ਆ, ਤੇ ਹੋਰ ਵੀ ਜਿੰਨੇ ਇੱਥੇ ਵਿਦਿਆਰਥੀ ਪੁਸਤਕ ਮੇਲੇ ਦੇ ਵਿੱਚ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਲਗਾਤਾਰ ਟੱਚ ਗੱਲ ਕਰਦੇ ਰਹਾਂਗੇ। ਤਾਂ ਇੱਧਰ ਵੀਰ ਜੀ ਖੜੇ ਨੇ, ਸਟੂਡੈਂਟ ਨੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੰਦੀਪ ਹੈ ਜੀ। ਸਟੂਡੈਂਟ ਹੋ? ਹਾਂਜੀ ਹਾਂਜੀ ਜੀ। ਪੁਸਤਕ ਮੇਲੇ ਦੇ ਵਿੱਚ ਪਹੁੰਚੇ ਹੋ, ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਹਾਂ, ਪੁਸਤਕ ਮੇਲੇ ਵਿੱਚ ਪਹੁੰਚਣ 'ਤੇ ਬਹੁਤ ਵਧੀਆ ਲੱਗ ਰਿਹਾ ਹੈਗਾ ਜੀ। ਤੇ ਸਾਨੂੰ ਚੰਗੀਆਂ ਹਰ ਤਰ੍ਹਾਂ ਦੀਆਂ, ਹਰ ਵਰਗ ਦੇ ਲਈ ਪੁਸਤਕਾਂ ਮੌਜੂਦ ਹੈ ਜੀ। ਪਹਿਲਾਂ ਵੀ ਪੜ੍ਹਦੇ ਹੋ ਕਿਤਾਬਾਂ? ਹਾਂ ਬਿਲਕੁਲ ਪੜ੍ਹਦੇ ਹਾਂ ਜੀ। ਕਿਹੜੇ ਲੇਖਕਾਂ ਨੂੰ ਪੜ੍ਹ ਚੁੱਕੇ ਹੋ? ਮੈਂ ਜੀ ਡਾਕਟਰ ਜੈਪ ਸਿੰਘ ਨੂੰ ਪੜ੍ਹ ਚੁੱਕਾ, ਯੋਗਾ ਦੇ ਕਿਤਾਬਾਂ ਪੜ੍ਹ ਚੁੱਕਾ। ਹਾਂਜੀ ਹਾਂਜੀ। ਨੌਜਵਾਨ ਹੋ ਕੇ ਨੌਜਵਾਨ ਸਾਹਿਤ ਦੇ ਨਾਲ ਜੁੜੇ ਹੋ, ਜਿਹੜੇ ਨਹੀਂ ਜੁੜੇ ਤੁਹਾਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਨਸ਼ੇ ਦੇ ਵਿੱਚ ਪੈ ਜਾਂਦੇ ਨੇ ਤੇ ਸਾਹਿਤ ਨਾਲ ਜੁੜੇ ਕਿਤੇ ਨਾ ਕਿਤੇ ਸੁਲਝ ਜਾਂਦੇ ਨੇ? ਜਿਵੇਂ ਮੰਗਾ ਸਿੰਘ ਅੰਟਾਲ ਜੀ ਦੀ ਇੰਟਰਵਿਊ ਚੱਲ ਰਹੀ ਹੈ। ਹਾਂ, ਇਹ ਦੇਖੋ ਜੀ, ਗਿਆਨ ਦੀ ਕੋਈ ਵੀ ਗੱਲ ਆ, ਕਿਸੇ ਨੂੰ ਇੱਕ ਲਾਈਨ ਵੀ ਪ੍ਰਭਾਵਿਤ ਕਰ ਸਕਦੀ ਹੈ, ਇੱਕ ਵਿਚਾਰ ਵੀ ਪ੍ਰਭਾਵਿਤ ਕਰ ਸਕਦਾ ਹੈਗਾ ਜੀ। ਤੇ ਸਾਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ, ਚੰਗੀਆਂ ਵਿਚਾਰ ਲੈਣੇ ਚਾਹੀਦੇ ਹੈਗੇ ਜੀ। ਤੇ ਇੱਕ ਚੰਗੀਆਂ ਕਿਤਾਬਾਂ ਪੜ੍ਹਨ ਨਾਲ ਅਸੀਂ ਇੱਕ ਚੰਗੇ ਵਿਅਕਤੀ ਨਾਲ ਗੱਲ ਕਰਨ ਦੇ ਬਰਾਬਰ ਹੁੰਦੇ ਜੀ। ਹੋਰਨਾਂ ਨੌਜਵਾਨਾਂ ਦੇ ਲਈ ਕੋਈ ਸੁਨੇਹਾ ਜੀ? ਸਾਨੂੰ ਉਹ ਜਿਹੜੇ ਦਾ ਸਟੂਡੈਂਟ ਹੈਗੇ, ਸਟੂਡੈਂਟਾਂ ਨੂੰ ਨਾਲ ਦੂਸਰੀਆਂ ਆਊਟ ਆਫ ਸਿਲੇਬਸ ਵੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹੈਗੀਆਂ ਜੀ। ਉਹਨਾਂ ਨੂੰ ਅਖਬਾਰ ਜਾਂ ਲਾਇਬ੍ਰੇਰੀਆਂ ਵਿੱਚੋਂ ਕੋਈ ਵੀ ਪੁਸਤਕਾਂ
ਉਹਨਾਂ ਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹੈਗੀਆਂ ਜੀ। ਤਾਂ ਸੰਦੀਪ ਸਿੰਘ ਜੀ ਦੇ ਨਾਲ ਆਪਾਂ ਗੱਲਬਾਤ ਜਿਹੜੀ ਕੀਤੀ ਹੈ, ਤਾਂ ਆਪਾਂ ਅੱਗੇ ਵੱਲ ਨੂੰ ਦੇਖਦੇ ਹਾਂ। ਇਸ ਤਰ੍ਹਾਂ ਪੁਸਤਕ ਪ੍ਰਦਰਸ਼ਨੀਆਂ ਜਿਹੜੀ ਦਿਖਾ ਰਹੇ ਹਾਂ ਸਾਨੂੰ, ਤੇ ਨਾਲੋਂ ਨਾਲ ਆਪਾਂ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਵੀ ਦੋਸਤਾਂ ਦੇ ਨਾਲ ਜਾਰੀ ਰੱਖਾਂਗੇ। ਵੱਖੋ ਵੱਖ ਵੰਨਗੀ ਦੀਆਂ ਜਿਹੜੀਆਂ ਕਿਤਾਬਾਂ ਨੇ, ਹਿੰਦੀ ਮੀਡੀਅਮ ਦੀਆਂ ਕਿਤਾਬਾਂ, ਪੰਜਾਬੀ ਮੀਡੀਅਮ ਦੀਆਂ ਕਿਤਾਬਾਂ, ਇਹਨਾਂ ਦੇ ਵਿੱਚ ਸ਼ਾਇਰੀ, ਕਵਿਤਾ, ਕਹਾਣੀ, ਗਜ਼ਲ, ਹਰ ਤਰ੍ਹਾਂ ਦੀ ਜਿਹੜੀ ਵਿਧਾ ਤੁਹਾਨੂੰ ਮਿਲੇਗੀ। ਤਾਂ ਇੱਧਰ ਹੋਰ ਬਜ਼ੁਰਗ ਖੜੇ ਨੇ, ਤਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ। ਬਾਬਾ ਜੀ ਸਤਿ ਸ੍ਰੀ ਅਕਾਲ ਜੀ। ਮੈਂ ਚੱਲ ਘਰੇ ਮੈਂ ਤੈਨੂੰ ਖਾ ਦਿੰਦਾ ਜੀ ਆਪਾਂ ਗੱਲਬਾਤ ਕਰ ਰਹੇ ਹਾਂ। ਸਤਿ ਸ੍ਰੀ ਅਕਾਲ ਜੀ। ਭਰ ਜਾਣਗੇ ਇਹਨਾਂ ਦੀ ਕੁਰਸੀ ਨਾਵੇਂ ਤੇ। ਸੌਰੀ ਤਾਂ ਥੋੜੀ ਹੈਜੀਟੇਸ਼ਨ ਦੇ ਕਾਰਨ ਸ਼ਾਇਦ ਗੱਲ ਨਾ ਕਰ ਥੋੜੀ ਗੱਲਬਾਤ ਕਰਾਂਗੇ ਆਪਾਂ। ਕਰ ਲਈ ਪਹਿਲੂ ਗੱਲ ਕਰ ਲਈ ਉਹਨਾਂ ਜੀ। ਤਾਂ ਹੋਰ ਨਾ ਜਿਹੜੇ ਇੱਥੇ ਦੋਸਤ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਅੱਗੇ ਵੱਲ ਨੂੰ ਆਪਾਂ ਵੱਧਦੇ ਹਾਂ। ਇੱਥੇ ਜੋ ਦੋਸਤ ਵੀ ਰੁਕੇ ਹੋਏ ਨੇ, ਤਾਂ ਇੱਕ ਹੋਰ ਸਟਾਲ ਜਿਹੜੀ ਜਨ ਚੇਤਨਾ ਪਬਲਿਸ਼ਰ ਵੱਲੋਂ ਜਿਹੜੀ ਇੱਥੇ ਤੁਸੀਂ ਸਟਾਲ ਲੱਗੀ ਹੋਈ ਹੈ ਦੇਖ ਸਕਦੇ ਹੋ। ਤਾਂ ਵੀਰ ਜੀ ਨਾਲ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਬਾਈ ਜੀ। ਕੀ ਨਾਮ ਹੈ ਤੁਹਾਡਾ? ਜੋਬਨਪ੍ਰੀਤ ਜੀ। ਤਾਂ ਬਰਜਿੰਦਰਾ ਕਾਲਜ ਦੇ ਵਿੱਚ ਪੁਸਤਕ ਪ੍ਰਦਰਸ਼ਨੀ ਲਗਾਈ ਹੋਈ ਆ, ਕੀ ਮਹਿਸੂਸ ਕਰ ਰਹੇ ਹੋ? ਹਾਂਜੀ, ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਨੌਜਵਾਨਾਂ ਵੱਲੋਂ, ਕਿਉਂਕਿ ਸਾਡੀਆਂ ਜਿਹੜੀਆਂ ਕਿਤਾਬਾਂ ਜ਼ਿਆਦਾਤਰ ਉਹ ਜਿਹੜੀ ਭਗਤ ਸਿੰਘ ਦੀ ਵਿਚਾਰਧਾਰਾ ਉਹ ਉਹਨੂੰ ਸੰਬੰਧਿਤ ਹੈਗੀਆਂ, ਤੇ ਉਹ ਜਿਨ੍ਹਾਂ ਨੂੰ ਪੜ੍ਹਦਾ ਸੀ, ਲੈਨਿਨ ਨੂੰ, ਮਾਰਕਸ ਨੂੰ, ਹੈ ਨਾ, ਉਹਨਾਂ ਨਾਲ ਸੰਬੰਧਿਤ ਸਾਡੀਆਂ ਕਿਤਾਬਾਂ, ਤੇ ਸਾਨੂੰ ਵਧੀਆ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ। ਸਾਡੇ ਕੋਲ ਆ ਕੇ ਸਾਡੇ ਨਾਲ ਪੁੱਛ ਰਹੇ ਆ ਵੀ ਕਾਹਦੇ ਬਾਰੇ ਆ, ਜਾਂ ਕੋਈ ਕਿਤਾਬਾਂ ਵੀ ਲੈ ਕੇ ਜਾ ਰਹੇ ਆ ਜਿਹੜੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਜਾਣਨ ਦੇ ਇੱਛੁਕ ਆ। ਤੁਸੀਂ ਪਬਲਿਸ਼ਰ ਹੋ, ਇੱਕ PDF ਕਿਤੇ ਨਾ ਕਿਤੇ ਬਣ ਕੇ ਵਾਇਰਲ ਹੋ ਜਾਂਦੀ ਆ, ਪਬਲਿਸ਼ਰ ਨੂੰ ਉਹਦੇ ਨੁਕਸਾਨ ਹੈਗਾ ਕਿਤੇ ਨਾ ਕਿਤੇ? ਨਹੀਂ, ਸਾਡਾ ਗੈਰ ਵਪਾਰਕ ਅਦਾਰਾ ਹੀ, ਅਸੀਂ ਵੀ ਜਿਹੜੇ ਪਾਠਕ ਇੱਛੁਕ ਹੈਗੇ ਆ ਇਸ ਵਿਚਾਰਧਾਰਾ ਨੂੰ ਪੜ੍ਹਨ ਦੇ, ਉਸ ਨੂੰ ਅਸੀਂ ਹਰੇਕ ਪਲੇਟਫਾਰਮ ਤੇ ਪ੍ਰੋਵਾਈਡ ਕਰਦੇ ਹਾਂ। ਅਸੀਂ ਆਪ PDF ਤਿਆਰ ਕਰਕੇ ਦਿੰਦੇ ਹਾਂ। ਸਾਡਾ ਮਾਰਕਸਵਾਦ ਵਰਡਪ੍ਰੈਸ ਹੈਗਾ, ਉਹ 'ਤੇ PDF ਹੈ ਜਿਹੜਾ ਇੱਥੋਂ ਲਿਜਾ ਸਕਦਾ, ਆਪ ਫਿਜ਼ੀਕਲ ਪੜ੍ਹਨਾ ਚਾਹੁੰਦਾ ਇੱਥੋਂ ਲਿਜਾ ਸਕਦਾ, ਤੇ ਮਤਲਬ ਬਹੁਤ ਹੀ ਰੀਜ਼ਨੇਬਲ ਰੇਟ ਤੇ, ਮਤਲਬ ਨੌਨ ਪ੍ਰੋਫਿਟ ਨੌਨ ਲਾਸ, ਉਸ 'ਤੇ ਅਸੀਂ ਵੇਚਦੇ ਹਾਂ। ਨੌਜਵਾਨ ਕਿਹੜੀ ਵੰਨਗੀ ਦੀਆਂ ਕਿਤਾਬਾਂ ਜ਼ਿਆਦਾ ਖਰੀਦ ਰਹੇ ਨੇ? ਕਵਿਤਾ, ਸ਼ਾਇਰੀ, ਕਹਾਣੀ, ਨਾਵਲ? ਸਾਡੇ ਕੋਲ ਜ਼ਿਆਦਾ ਹੀ ਉਹ ਵੀ ਵਿਚਾਰਾਂ ਦੀ, ਜਿਹੜੇ ਜਿਵੇਂ ਡੂੰਘੇ ਜਿਹੜੇ ਵਿਚਾਰ ਆ, ਜਿਹੜੇ ਸਮਾਜ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਦੇ ਵਿਚਾਰ, ਹੈ ਨਾ, ਉਹਨਾਂ ਦੀਆਂ ਜ਼ਿਆਦਾ ਲੈ ਕੇ ਜਾਂਦੇ ਆ। ਜਿਵੇਂ ਇਨਕਲਾਬ ਦਾ ਸੁਨੇਹਾ, ਇਹ 'ਚ ਭਗਤ ਸਿੰਘ ਦੇ ਲੇਖ, ਉਹਦੇ ਸਾਥੀਆਂ ਦੇ ਲੇਖ ਹੈ, ਠੀਕ ਹੈ ਜੀ। ਤੇ ਹੋਰ ਅਜਿਹਾ ਹੀ ਸਾਡਾ ਭਗਤ ਸਿੰਘ ਜਾਂ ਪੀਟਰ ਕਟੋਪੀਆਂ ਦੀ ਨੌਜਵਾਨਾਂ ਨਾਲ ਦੋ ਗੱਲਾਂ, ਇਹ 'ਚ ਮਤਲਬ ਇੱਕ ਨੌਜਵਾਨ ਲਈ ਉਹਦਾ ਸਮਾਜ ਪ੍ਰਤੀ ਉਹਦੇ ਕੀ ਫਰਜ਼ ਆ, ਤੇ ਉਹਨੂੰ ਕਿਹੜਾ ਰਾਹ ਚੁਣਨਾ ਚਾਹੀਦਾ ਸਮਾਜ ਦੀ ਸੇਵਾ ਲਈ। ਉਹ ਇਹੋ ਜਿਹੀਆਂ ਕਿਤਾਬਾਂ ਸਾਡੇ ਕੋਲ ਬਹੁਤ, ਜਾਂ ਜੀਵਨੀਆਂ ਹੋ ਗਈਆਂ ਸਾਡੇ ਸੂਰਬੀਰਾਂ ਦੀਆਂ, ਕਰਤਾਰ ਸਿੰਘ ਸਰਾਭੇ ਦੀ ਜੀਵਨੀ, ਲੈਨਿਨ ਦੀ ਜੀਵਨੀ, ਜਾਂ ਚੰਦਰ ਸ਼ੇਖਰ ਆਜ਼ਾਦ ਦੀ ਜੀਵਨੀ। ਜ਼ਿਆਦਾਤਰ ਲੋਕ ਜਿਹੜੀਆਂ ਨੂੰ ਪ੍ਰਭਾਵਿਤ ਕਰਨ, ਸਮਾਜ ਲਈ ਕੁਝ ਕਰਨ ਲਈ, ਉਹੀ ਲੈ ਕੇ ਜਾਂਦੇ। ਸਾਹਿਤ ਸਮਾਜ ਦਾ ਦਰਪਣ ਹੁੰਦਾ, ਪਰ ਕਿਤੇ ਨਾ ਕਿਤੇ ਜਦੋਂ ਕਈ ਗੀਤ ਵੀ ਸਾਹਿਤ ਦੀ ਵਿਧਾ, ਕਈ ਗੀਤਾਂ ਦੇ ਵਿੱਚ ਔਰਤ ਦਾ ਕੱਦ ਸ਼ਰਾਬ ਦੀਆਂ ਬੋਤਲਾਂ ਨਾਲ ਮੇਚ ਦਿੱਤਾ ਜਾਂਦਾ, ਉਹਦੀ ਤੁਲਨਾ ਨਸ਼ਿਆਂ ਨਾਲ ਕੀਤੀ ਜਾਂਦੀ ਹੈ। ਇਹਨੂੰ ਮੰਨਦੇ ਹੋ ਵੀ ਸਾਹਿਤ ਦਾ ਹਿੱਸਾ ਮੰਨਿਆ ਜਾ ਸਕਦਾ? ਸਾਹਿਤ ਉਹ ਤਾਂ ਹੀ ਕਹਿ ਲਓ ਵੀ ਸਾਹਿਤ ਦਾ ਵਿਗੜਿਆ ਹੋਇਆ ਰੂਪ ਹੈਗਾ ਨਾ, ਜਿਵੇਂ ਜਿਹੜੀ ਗੀਤਕਾਰੀ ਅੱਜ ਅਸੀਂ ਦੇਖ ਰਹੇ ਹਾਂ ਗੀਤ ਸੰਗੀਤ 'ਚ, ਪਰ ਜਿਹੜਾ ਵੀ ਚੰਗਾ ਸਾਹਿਤ ਹੈ ਉਹ ਪਿਆ ਬਸ ਉਹ ਪਾਠਕਾਂ ਦੀ ਨਿਗਾਹ 'ਚ ਆਉਣ ਤੋਂ ਕਈ ਵਾਰੀ ਖੁੰਝ ਜਾਂਦਾ। ਪਰ ਬਹੁਤ ਸਾਰੇ ਪਾਠਕ ਆ ਜਿਹੜੇ ਸੁਚੱਜੇ ਸੂਝਵਾਨ ਲੋਕ ਹੈਗੇ ਆ, ਹੈ ਨਾ, ਜਿਹੜੇ ਸਮਾਜ ਦੀ ਚਿੰਤਾ ਕਰਦੇ ਆ, ਉਹ ਜ਼ਰੂਰ ਉਹ ਕਿਤਾਬਾਂ ਲੈ ਕੇ ਜਾਂਦੇ ਆ। ਉਹਨੂੰ ਪਤਾ ਹੁੰਦਾ ਵੀ ਚੰਗਾ ਸਾਹਿਤ, ਚੰਗੇ ਮਾੜੇ ਦਾ ਫਰਕ ਉਹਨਾਂ ਨੂੰ ਜ਼ਰੂਰ ਪਤਾ, ਤੇ ਉਹ ਜ਼ਰੂਰ ਸਾਡੇ ਕੋਲ ਆਉਂਦੇ ਆ, ਜਾਂ ਦੂਜੇ ਥਾਈਂ ਜਿੱਥੇ ਚੰਗਾ ਸਾਹਿਤ ਪਿਆ ਉੱਥੇ ਜ਼ਰੂਰ ਲੈ ਕੇ, ਤੇ ਉਹਨੂੰ ਪੜ੍ਹਦੇ ਵੀ ਆ ਬਕਾਇਦਾ। ਤਾਂ ਹੋਰ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇ ਤੁਹਾਡੇ ਸਮਾਜ ਪ੍ਰਤੀ ਕੁਝ ਫਰਜ਼ ਨੇ, ਠੀਕ ਹੈ, ਜਿਵੇਂ ਭਗਤ ਸਿੰਘ ਹੋਰਾਂ ਦੇ ਸੀਗੇ, ਉਹਨਾਂ ਨੇ ਬਖੂਬੀ ਉਹ ਫਰਜ਼ ਨਿਭਾਏ, ਤੇ ਜਿਵੇਂ ਭਗਤ ਸਿੰਘ ਨੇ ਲੈਨਿਨ ਦੀ ਕਿਤਾਬ ਦਾ ਪੰਨਾ ਮੋੜਿਆ ਸੀ, ਆਪਾਂ ਉਹ ਉਦੋਂ ਅੱਗੇ ਕਿਤਾਬ ਪੜ੍ਹਨੀ ਸ਼ੁਰੂ ਕਰਨੀ ਆ, ਤੇ ਉਸੇ ਵਿਚਾਰਧਾਰਾ ਨਾਲ ਆਪਾਂ ਸਮਾਜ ਨੂੰ ਇੱਕ ਬਿਹਤਰ ਢਾਂਚਾ ਬਣਾ ਕੇ, ਹੈ ਨਾ, ਵੀ ਜਿਹੜੇ ਹਰੇਕ ਆਬਾਦੀ ਲਈ, ਕਿਰਤੀ ਆਬਾਦੀ ਲਈ ਇੱਕ ਚੰਗਾ ਰਹਿਣਯੋਗ ਸਮਾਜ ਸਿਰਜਣਾ। ਇਹਦੇ ਲਈ ਮੈਂ ਕਹਿੰਦਾ ਬਈ ਸਾਰੇ ਨੌਜਵਾਨਾਂ ਨੂੰ ਹੰਭਲਾ ਮਾਰਨ ਦੀ ਲੋੜ ਆ ਜੀ। ਤਾਂ ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਆਪਣੇ ਬਹੁਮੁੱਲੇ ਵਿਚਾਰਾਂ ਦੇ ਨਾਲ ਆਪਾਂ ਨੂੰ ਜਿਹੜਾ ਨਿਹਾਲ ਕੀਤਾ। ਤਾਂ ਅੱਗੇ ਹੋਰ ਵੀਰ ਜੀ ਦੇ ਨਾਲ ਤੇ ਲਗਾਤਾਰਤਾ ਦੇ ਵਿੱਚ ਗੱਲਬਾਤ ਕਰਦੇ ਰਵਾਂਗੇ। ਤਾਂ ਇਸ ਸਮੇਂ ਜਿਹੜੀ ਪੁਸਤਕ ਪ੍ਰਦਰਸ਼ਨੀ ਆ ਪੰਜਾਬੀ ਇਸਮਾਈਲ ਪਬਲੀਕੇਸ਼ਨ ਵੱਲੋਂ ਜਿਹੜੀ ਲਗਾਈ ਗਈ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਰਾਜਦੀਨ। ਜੀ। ਤਾਂ ਕਿੱਥੋਂ ਤੋਂ ਆਪਾਂ ਆਏ ਆਂਗੇ ਜੋ ਪੁਸਤਕ ਪ੍ਰਦਰਸ਼ਨੀ? ਅਸੀਂ ਜਮਾਤ ਇਸਲਾਮੀ ਵੱਲੋਂ ਆਏ ਹਾਂ, ਸੰਸਥਾ ਬਣੀ ਹੋਈ ਇੱਕ ਇਸਲਾਮ ਦੀ।
ਇਸਲਾਮ ਦਾ ਪ੍ਰਚਾਰ ਕਰਨ ਲਈ ਤੇ ਸਾਰੀਆਂ ਕਿਤਾਬਾਂ ਤੁਹਾਡੇ ਕੋਲ ਹਿੰਦੀ ਮੀਡੀਅਮ 'ਚ ਹੀ ਉਪਲਬਧ ਨੇ ਜਾਂ ਹੋਰ ਭਾਸ਼ਾਵਾਂ 'ਚ ਵੀ ਨੇ? ਹਿੰਦੀ ਦੇ ਵਿੱਚ ਵੀ ਨੇ, ਉਰਦੂ ਦੇ ਵਿੱਚ ਵੀ ਨੇ, ਇੰਗਲਿਸ਼ ਦੇ ਵਿੱਚ ਵੀ ਨੇ, ਪੰਜਾਬੀ ਦੇ ਵਿੱਚ ਵੀ ਨੇ। ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਤਾਂ ਸਤਿ ਸ਼੍ਰੀ ਅਕਾਲ ਜੀ। ये मलेरकोटला से पंजाबी इस्लामी पब्लिकेशन हमेशा आता है, जहाँ भी बुक फेयर लगती हैं, बुक स्टॉल लगती हैं, बुक मेले लगते हैं, वहाँ हमारा ये बुक स्टॉल जाती है। नौजवानों की ओर से कैसा जो रिस्पांस मिल रहा है? नौजवान जो हैं उर्दू पढ़ना चाहते हैं, उर्दू सीखना चाहते हैं, इस्लाम के बारे में भी जानना चाहते हैं, समझना चाहते हैं, इसलिए कुरान मांगते हैं, कुरान लेके जाते हैं, पढ़ते हैं, इस्लाम बारे किताबें पढ़ने की शौक दिखाते हैं। उर्दू की बुक्स जो हैं वो पंजाबी में ट्रांसलेट आपके पास उपलब्ध है? ये सारी उर्दू की ट्रांसलेट की हुई है पंजाबी किताबें हैं। ये पहले उर्दू में थी, बाद में पंजाबी हुई हैं। ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਉਰਦੂ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਕਿਤਾਬਾਂ ਨੇ ਉਪਲਬਧ ਨੇ, ਪੰਜਾਬੀ ਦੇ ਵਿੱਚ ਜਿਹੜੀਆਂ ਮੁਹੱਈਆ ਕੀਤੀਆਂ ਹੋਈਆਂ ਨੇ। ਤਾਂ ਅੱਗੇ ਆਪਾਂ ਵੱਧ ਦਿਆਂਗੇ ਬੇਗਮਪੁਰਾ ਬੁੱਕ ਸ਼ਾਪ ਦੇ ਵੱਲ। ਤਾਂ ਇੱਥੋਂ ਦੇ ਵੀਰ ਜੀ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਤਾਂ ਕਿੱਥੋਂ ਤੋਂ ਆਪਾਂ ਸਟਾਲ? ਨਵਾਂਸ਼ਹਿਰ ਜ਼ਿਲ੍ਹੇ ਤੋਂ ਆਇਆ, ਬੇਗਮਪੁਰ ਮੇਰਾ ਪਿੰਡ ਹੈ ਨਵਾਂਸ਼ਹਿਰ ਜ਼ਿਲ੍ਹੇ ਵਿੱਚ। ਜੀ, ਤਾਂ ਨੌਜਵਾਨਾਂ ਦਾ ਹੁੰਗਾਰਾ ਕਿਸ ਤਰ੍ਹਾਂ ਮਿਲ ਰਿਹਾ? ਬਹੁਤ ਵਧੀਆ ਮਿਲ ਰਿਹਾ, ਉਹ ਤੁਹਾਡੇ ਸਾਹਮਣੇ ਹੁਣੇ ਲੈ ਕੇ ਗਏ। ਕਿਹੜੀ ਵਿਧਾ ਦੀ ਕਿਤਾਬ ਹੈ ਜ਼ਿਆਦਾ ਵਿਕ ਰਹੀ ਆ? ਕਵਿਤਾ, ਸ਼ਾਇਰੀ? ਐਕਚੁਅਲੀ ਨੌਜਵਾਨ ਸ਼ਾਇਰੀ ਨੂੰ ਜ਼ਿਆਦਾ ਪਸੰਦ ਕਰਦੇ ਆ, ਤੇ ਬਾਕੀ ਹਰ ਤਰ੍ਹਾਂ ਦਾ ਸਾਹਿਤ ਜਿਹੜਾ ਹੈ ਜਾ ਰਿਹਾ, ਐਸੀ ਕੋਈ ਗੱਲ ਨਹੀਂ। ਇਹ ਹੁਣੇ ਵਾਰਤਕ ਦੀ ਕਿਤਾਬ ਆਈ ਆ, ਤੀਵੀਆਂ ਦੀ ਜੰਨ ਹੈ, ਤੇ ਇਹ ਅਸੀਂ ਵਾਹਵਾ ਵੇਚੀ ਆ ਕਿਤਾਬ। ਇਹ ਅਸੀਂ ਮਤਲਬ ਹਰ ਪਾਠਕ ਨੂੰ ਦੇ ਕੇ ਤੋਰੀ ਆ ਕਿਤਾਬ, ਕਿਉਂਕਿ ਇਹ ਖੂਬਸੂਰਤ ਵਾਰਤਕ ਲਿਖਦਾ ਬੰਦਾ। ਇਹਦੀ ਪਹਿਲੀ ਕਿਤਾਬ ਲੜੇ ਜਿਹੜਿਆਂ ਦੀ ਉਡਾਰੀ ਸੀ, ਅਸੀਂ ਉਹ ਵੀ ਬਹੁਤ ਵੇਚੀ। ਇਹ ਦੂਜੀ ਕਿਤਾਬ ਆ। ਇਸ ਤਰ੍ਹਾਂ ਜੱਟ ਨੀਏ ਕੁਮਾਰ ਦੀ ਕਿਤਾਬ ਆਈ, ਬਿਹਾਰ ਤੋਂ ਤਿਹਾੜ। ਤਾਂ ਹਰ ਤਰ੍ਹਾਂ ਦੀ ਜਿਹੜੀ ਕਿਤਾਬ ਹੈ ਤੁਹਾਡੇ ਕੋਲ ਉਪਲਬਧ ਹੈ? ਉਪਲਬਧ ਹੈ ਜੀ, ਸਾਰੀ ਵੈਰਾਈਟੀ ਸਾਡੇ ਕੋਲ। ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਤਾਂ ਹਰ ਤਰ੍ਹਾਂ ਦੀ ਜਿਹੜੀ ਇਹਨਾਂ ਕੋਲ ਕਿਤਾਬ ਹੈਗੀ ਆ। ਪਿੱਛੇ ਸਟੂਡੈਂਟ ਖੜੇ ਨੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਰਜੀਤ ਸਿੰਘ ਹੈ। ਨੌਜਵਾਨ ਸਾਹਿਤ ਦੇ ਨਾਲ ਜੁੜ ਰਹੇ ਨੇ, ਤੁਹਾਨੂੰ ਹੋਰਾਂ ਨੌਜਵਾਨਾਂ ਪ੍ਰਤੀ ਕੀ ਹੰਗਾਰਾ ਹੈਗਾ ਵੀ ਕੀ ਉਹ ਹੋਰ ਵੀ ਸਾਹਿਤ ਨਾਲ ਜੁੜ ਰਹੇ ਨੇ ਜਾਂ ਟੁੱਟ ਰਹੇ ਨੇ? ਪ੍ਰੋਬਲਮ ਇਹ ਹੈ ਕਿ ਅੱਜ ਕੱਲ੍ਹ ਨਾ ਜਿੱਦਾਂ ਬੋਲਦੇ ਆ ਵੀ ਜ਼ਿਆਦਾ ਵੱਡੀ ਬੁੱਕ ਨਾ ਹੋਵੇ, ਮਤਲਬ ਜਿੱਦਾਂ ਐਦਾਂ ਦੀ ਬੁੱਕ ਹੈ ਇਹ, ਹੈ ਨਾ। ਕਿਸੇ ਕੋਲ ਇਹਨਾਂ ਟਾਈਮ ਨਹੀਂ ਹੈਗਾ, ਮਤਲਬ ਟਾਈਮ ਦੇ ਵੀ ਨਹੀਂ ਪਾ ਰਿਹਾ। ਮਤਲਬ ਜੇ ਨੌਜਵਾਨ ਆਪਾਂ ਕਹੀਏ ਤਾਂ ਉਹ ਟਾਈਮ ਦੇ ਨਹੀਂ ਪਾ ਰਿਹਾ, ਕਿਉਂਕਿ ਉਹਨੂੰ ਧੱਕੇ ਨਾਲ ਬੁੱਕ ਪੜ੍ਹਾਉਣੀ ਪੈਣੀ ਹੈ। ਜੇ ਹੁਣ ਮੈਂ ਕਹਿਦਾ ਵੀ ਇਹ ਬੁੱਕ ਮੇਰੇ ਦੋਸਤ ਨੂੰ ਕਹਿਦਾ ਵੀ ਇਹ ਪੜ੍ਹ ਲਾ, ਉਹਨੇ ਖੋਲ੍ਹਣੀ ਆ, ਵੇਖਣੀ ਆ ਵੀ ਨਹੀਂ ਯਾਰ ਮੈਂ ਨਹੀਂ ਪੜ੍ਹਦਾ, ਹੈ ਨਾ। ਉਹਨੇ ਮੁੜ ਕੇ ਕਹਿਣਾ ਵੀ ਚੱਲ ਯਾਰ 4 ਕੁ ਪੇਜ ਆ, ਪੜ੍ਹ ਕੇ ਦੇਖ ਲੈਂਦੇ ਆ। ਜੇ ਮੈਂ ਫੋਰਸਫੁਲੀ ਵੀ ਕਹਾਂ, ਹੈ ਨਾ, ਉਹ ਫਿਰ ਵੀ ਪੜ੍ਹ ਜੂਗਾ। ਪਰ ਜਿੱਦਾਂ ਹੁਣ ਮੋਟੀਆਂ ਕਿਤਾਬਾਂ, ਵੱਡੀਆਂ ਕਿਤਾਬਾਂ, ਉਹਨਾਂ ਵੱਲ ਨਹੀਂ ਹੈ ਰੁਝਾਨ। ਜੋ ਪਤਲੀਆਂ ਕਿਤਾਬਾਂ ਜਿੱਦਾਂ ਹੈ, ਆਪਾਂ ਬਰਕਤ ਬੁੱਕ ਕਹਿ ਦਿੰਦੇ ਹਾਂ, ਰਾਣੀ ਤੱਤ ਕਿਤਾਬ ਨੇ ਬੜਾ ਵੱਡਾ, ਹੈ ਨਾ, ਕੀਤਾ। ਤਾਂ ਉੱਦਾਂ ਦੀਆਂ ਕਿਤਾਬਾਂ ਜਿਹੜੀਆਂ ਉਹ ਮੈਨੂੰ ਲੱਗਦਾ ਵੀ ਇਹਦਾ ਕਾਰਨ ਕੀ ਸਮਝਦੇ ਹੋ ਵੀ ਨੌਜਵਾਨ ਸਾਹਿਤ ਨਾਲ ਟੁੱਟ ਰਹੇ ਨੇ? ਟੁੱਟ ਤਾਂ ਨਹੀਂ ਰਹੇ, ਮੈਨੂੰ ਤਾਂ ਲੱਗਦਾ ਵੀ ਜੁੜ ਰਹੇ ਨੇ। ਟੁੱਟਣ ਵਾਲਾ ਕੰਮ ਨਹੀਂ। ਮਤਲਬ ਮੋਟੀ ਕਿਤਾਬ ਦੀ ਤੁਸੀਂ ਗੱਲ ਕੀਤੀ ਵੀ ਨਹੀਂ ਪੜ੍ਹਨਾ ਚਾਹੁੰਦੇ, ਵਕਤ ਨਹੀਂ ਹੈ, ਵਕਤ ਦੀ ਗੱਲ ਹੈ ਇਹ ਅਸਲ 'ਚ। ਹਾਂ, ਜਿਹੜੇ ਨੌਜਵਾਨ ਹੋਰ ਜਿਹੜੇ ਨਹੀਂ ਜੁੜ ਰਹੇ ਉਹਨਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ? ਉਹਨਾਂ ਨੂੰ ਫਿਰ ਚ ਲਿਆਉਣਾ ਪਊਗਾ, ਉਹਨਾਂ ਨੂੰ ਕਿਤਾਬ ਦੀ ਅਹਿਮੀਅਤ ਦੱਸਣਾ ਪਊਗਾ। ਤਾਂ ਇਸੇ ਕਰਕੇ ਜੇ ਵਿਚਰੂਗਾ, ਜੇ ਤਾਂ ਹੁਣ ਪਿੰਡ 'ਚ ਲਾਇਬ੍ਰੇਰੀ ਬਣ ਰਹੀ ਆ ਤਾਂ ਅਗਲਾ ਸੋਚ ਲੈਂਦਾ ਵੀ ਯਾਰ ਪਿੰਡ ਬਣ ਗਈ, ਚਲੋ ਦੇਖ ਹੀ ਆਈਏ। ਹੌਲੀ ਹੌਲੀ ਬੰਦਾ ਕਿਤਾਬ ਪੜ੍ਹਦਾ ਜਾਂਦਾ, ਫਿਰ ਦੇ ਰੁਝਾਨ ਬਣ ਜਾਂਦਾ। ਜੀ, ਤਾਂ ਬਹੁਤ ਬਹੁਤ ਸ਼ੁਕਰੀਆ ਵੀਰ ਸਾਡੇ ਨਾਲ ਜੁੜਨ ਦੇ ਲਈ। ਓਕੇ ਜੀ। ਤਾਂ ਇਹ ਵੀਰ ਜੀ ਨੇ ਵੀ ਬੜੇ ਅਣਮੁੱਲੇ ਵਿਚਾਰ ਨੇ ਜਿਹੜੇ ਸਾਡੇ ਨਾਲ ਜਾਣਕਾਰੀ ਦਿੱਤੀ ਆ। ਅੱਗੇ ਆਪਾਂ ਇੱਕ ਹੋਰ ਬੁੱਕ ਸਟਾਲ ਤੇ ਪਹੁੰਚੇ ਹਾਂ, ਤਾਂ ਵੀਰ ਜੀ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਸਪਰੈਡ ਪਬਲੀਕੇਸ਼ਨ ਤੇ ਜਿਹੜੇ ਆਪਾਂ ਇਸ ਸਮੇਂ ਰੋਕੇ ਹੋਏ ਆ, ਤਾਂ ਵੀਰ ਜੀ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤੈਨੂੰ ਕੋਈ ਧਰਮ ਬਦਲਣ ਨੂੰ ਨਹੀਂ ਕਹਿਣਾ, ਤੈਨੂੰ ਧਾਰਮਿਕ ਹੋਣ ਨੂੰ ਨਹੀਂ ਕਹਿਣਾ। ਸਤਿ ਸ਼੍ਰੀ ਅਕਾਲ ਵੀਰ ਜੀ। ਤਾਂ ਕਿੱਥੋਂ ਤੋਂ ਆਪਾਂ ਇੱਥੇ ਪਹੁੰਚੇ ਹਾਂ? ਸਪਰੈਡ ਪਬਲਿਕੇਸ਼ਨ ਪਟਿਆਲਾ ਤੋਂ ਜੀ, ਤਾਂ ਕਿਸ ਤਰ੍ਹਾਂ ਹੈ ਜਿਹੜਾ ਨੌਜਵਾਨਾਂ ਦਾ ਅੱਜ ਦੇ ਪੁਸਤਕ ਮੇਲੇ 'ਚ ਹੁੰਗਾਰਾ ਮਿਲ ਰਿਹਾ? ਅੱਛਾ ਮਿਲ ਰਿਹਾ ਜੀ। ਮਤਲਬ ਤੇ ਜਿਵੇਂ ਵੱਡਾ ਮੇਲਾ ਕੈਂਸਲ ਹੋ ਗਿਆ ਸੀ, ਫਿਰ ਵੀ ਅੱਛਾ ਰਿਸਪੌਂਸ ਆ ਜੀ। ਮਤਲਬ ਵੱਡਾ ਮੇਲੇ ਦੀ ਗੱਲ ਕੀਤੀ, ਉਹ ਇੱਥੇ ਹੀ ਲੱਗਣਾ ਸੀ ਜਾਂ ਕਿਤੇ ਹੋਰ? ਉਹ ਨਾਲ ਹੀ ਜੀ, ਸਾਰੇ ਪਾਸੇ ਗਰਾਊਂਡਾਂ ਮਤਲਬ ਸਾਰੀਆਂ ਗੇਮਸ ਹੁੰਦੀਆਂ ਨੇ ਜੀ। ਉਹਦੇ ਕਰਕੇ ਸਿਰਫ ਇਹ ਪੁਸਤਕ ਪ੍ਰਦਰਸ਼ਨੀ ਰਹਿ ਗਈ। ਮਤਲਬ ਤੇ ਜਿੱਥੇ ਮਤਲਬ ਇੱਕ ਵਿਸ਼ਾਲ ਸਮੂਹ ਹੋਣਾ ਤੇ ਉੱਤੇ ਸਿਰਫ ਕੀ ਆ, ਜਿਹੜੇ ਹਾਂਡੇ ਮਤਲਬ ਜਿਹੜੇ ਪ੍ਰੌੜ ਪਾਠਕ ਨੇ ਉਹੀ ਆ ਰਹੇ ਨੇ ਜੀ। ਮਤਲਬ ਜੋ ਮੇਲੇ ਦੀ ਗੱਲ ਕੀਤੀ ਵੀ ਕੈਂਸਲ ਹੋ ਗਿਆ, ਉਹਦਾ ਕਾਰਨ ਕੀ ਰਿਹਾ? ਇੱਥੇ ਵੀ ਕਰੋਨਾ ਦਾ ਕੋਈ ਫੈਲਣ ਦਾ ਉਸ ਵਜ੍ਹਾ ਕਰਕੇ ਪਰਮਿਸ਼ਨ ਨਹੀਂ ਮਿਲੀ। ਤਾਂ ਕਿਹੜੀ ਵੰਨਗੀ ਦੀਆਂ ਜਿਹੜੀਆਂ ਕਿਤਾਬਾਂ ਨੇ ਤੁਸੀਂ ਸਟਾਲ ਤੇ ਰੱਖੀਆਂ ਹੋਈਆਂ ਨੇ? ਅਸੀਂ ਲਗਭਗ ਸਾਹਿਤ ਦੀ ਹਰੇਕ ਤਰ੍ਹਾਂ ਦੀ ਬਣ ਗਿਆ, ਨਾਟਕ, ਨਾਵਲ, ਕਹਾਣੀ, ਕਵਿਤਾ, ਗਜ਼ਲ,
ਅਸਲ 'ਚ ਮਤਲਬ ਸਰੀਰ ਦਾ ਤੁਹਾਨੂੰ ਲੱਗਦਾ ਵੀ ਨੌਜਵਾਨ ਸਾਹਿਤ ਵੱਲ ਵਧੇਰੇ ਉਹਨਾਂ ਦਾ ਰੁਝਾਨ ਹੋਇਆ ਜਾਂ ਟੁੱਟਦਾ ਮਹਿਸੂਸ ਕਰਦੇ ਹੋ? ਨਹੀਂ ਮਤਲਬ ਮੈਨੂੰ ਲੱਗਦਾ ਵੀ ਨੌਜਵਾਨ ਜਿਵੇਂ ਸੋਸ਼ਲ ਮੀਡੀਆ ਨਾ ਜ਼ਿਆਦਾ ਪਹੁੰਚ ਹੋਣ ਲੱਗ ਗਈ ਉਹਨਾਂ ਦੀ। ਮੈਨੂੰ ਲੱਗਦਾ ਪੜ੍ਹ ਰਹੇ ਨੇ ਨਵਾਂ ਯੂਥ ਤੇ ਵੀ ਲਿਖ ਵੀ ਵੱਧ ਰਿਹਾ ਤੇ ਜਦੋਂ ਲਿਖਦਾ ਮੈਂ ਸੁਭਾਵ ਕੀ ਜੇ ਅੱਜ ਨਹੀਂ ਪੜੂਗਾ ਕੱਲ ਨੂੰ ਪੜੂਗਾ। ਮੈਨੂੰ ਲੱਗਦਾ ਵੀ ਪੜ੍ਹ ਰਹੇ ਨੇ ਮਤਲਬ ਚੰਗੀ ਕਿਤਾਬ ਹੋਵੇ ਤਾਂ ਅੱਛਾ ਪੜ੍ਹਨਗੇ ਜੀ। ਕਵਿਤਾਵਾਂ ਦੀਆਂ ਜਿੱਥੇ 10-10 ਕਿਤਾਬਾਂ ਆ ਜਾਂਦੀਆਂ ਨੇ ਪਰ ਇਹਦੇ ਮੁਕਾਬਲੇ ਜੇ ਗੱਲ ਕਰੀਏ ਵਾਰਤਕ ਦੀ ਕਹਾਣੀ ਜਾਂ ਨਾਵਲ ਇੱਕ ਅੱਧੀ ਆਉਂਦੀ ਹੈ, ਉਹਦਾ ਕੀ ਕਾਰਨ ਸਮਝਦੇ ਹੋ? ਇਹਨੂੰ ਐ ਨਹੀਂ ਕਹਿ ਸਕਦੇ ਇਹਨੂੰ ਜੀ ਬੜਾ ਸੌਖਾ ਕਰ ਲਿਆ ਜਿਵੇਂ ਕਵਿਤਾ ਨੂੰ। ਜੇ ਵੀ ਕੋਈ ਮਾੜੀ ਕਹਾਣੀ ਵੀ ਲਿਖੂ ਬਿਨਾਂ ਮਿਹਨਤ ਤੋਂ ਘੱਟੋ ਘੱਟ ਉਹਨੂੰ 5-7 ਪੇਜ ਤਾਂ ਭਰਨੇ ਪੈਣਗੇ ਮਿਹਨਤ ਕਰੂ। ਕਵਿਤਾ ਕੀ ਮਤਲਬ 2-3 ਲਾਈਨਾਂ ਲਿਖ ਦੋ ਤਾਂ ਉਹ ਕਵਿਤਾ ਬਣਾ ਦੂਗਾ ਜੀ ਮਤਲਬ। ਇੱਕ ਮੈਂ ਹੋਰ ਅਹਿਮ ਜਿਹਾ ਸਵਾਲ ਕਰੂੰਗਾ, ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਕਿ ਸਾਹਿਤ ਆਪਣਾ ਹੁੰਦਾ ਪੰਜਾਬੀ ਮਾਂ ਬੋਲੀ 'ਚ। ਪੰਜਾਬੀ ਭਾਸ਼ਾ ਨੂੰ ਕਿਤੇ ਨਾ ਕਿਤੇ ਅੰਗਹੀਨ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਆਪਾਂ ਲਿਖਣਾ ਹੁੰਦਾ ਵਾਹਿਗੁਰੂ ਮਿਹਰ ਕਰੇ WMK ਲਿਖ ਦਿੱਤਾ ਜਾਂਦਾ, ਸਤਿ ਸ਼੍ਰੀ ਅਕਾਲ ਲਿਖਣਾ ਹੁੰਦਾ SSA ਲਿਖ ਦਿੱਤਾ ਜਾਂਦਾ। ਤੁਹਾਨੂੰ ਲੱਗਦਾ ਵੀ ਅਸੀਂ ਪੰਜਾਬੀ ਭਾਸ਼ਾ ਦਾ ਖਿਲਵਾੜ ਕਰ ਰਹੇ ਹਾਂ? ਜ਼ਰੂਰ ਕਰਿਆ ਜੀ ਇਹਦਾ। ਤੇ ਉਹ ਜਦੋਂ ਛੋਟੀ ਜੱਕ ਤੇ ਮਤਲਬ ਵੀ ਫੁੱਲ ਨੇਮ ਹੀ ਨਹੀਂ ਦਿੱਤਾ ਜਾ ਰਿਹਾ ਤੇ ਉਹ ਅਰਥਾਂ ਦਾ ਨਰਤੀ ਮਤਲਬ ਉਹਨੂੰ ਛੋਟੇ ਦੇ ਵਿੱਚ ਲੈਣਾ ਇੰਨੇ ਵੀ ਸਖਾਲੇ ਨਹੀਂ ਹੁਣ ਸਾਨੂੰ ਹੋਣਾ ਚਾਹੀਦਾ ਮਤਲਬ। ਇਹਦੇ ਵਿੱਚ ਸੁਧਾਰ ਕਰਨਾ ਹੋਵੇ ਤਾਂ ਕੀ ਕਹਿਣਾ ਚਾਹੁੰਦੇ ਹੋ? ਸੁਧਾਰ ਤਾਂ ਐਵੇਂ ਸਕੂਲੀ ਪੱਧਰ ਤੋਂ ਹੀ ਸਿੱਖਿਆ ਦੇਣੀ ਚਾਹੀਦੀ ਹੈ ਜੀ ਮਤਲਬ। ਤੇ ਇੱਕ ਤਾਂ ਸਾਡੇ ਕੋਲ ਕਿਤਾਬ ਸੀਗੀ ਆਓ ਵਧੀਆ ਪੰਜਾਬੀ ਲਿਖੀ ਮਤਲਬ ਆਪਾਂ ਬੋਲਣਾ ਕਿਵੇਂ ਆ ਤੇ ਵਾਕ ਕਿਵੇਂ ਲਿਖਣੇ ਨੇ ਤੇ ਉਹਦਾ ਉਚਾਰਨ ਕੀ ਨੇ ਜੀ ਮਤਲਬ ਬੜੀਆਂ ਗੱਲਾਂ ਇੱਕ ਮਾਹੌਲ ਪੈਦਾ ਕਰਨ ਦੀ ਲੋੜ ਹੈ ਜੀ। ਹਾਂਜੀ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਨੌਜਵਾਨ ਤਾਂ ਅੱਗੇ ਮਤਲਬ ਕੋਈ ਸੁਨੇਹਾ ਤਾਂ ਨਹੀਂ ਦਿੱਤਾ ਜਾਂਦਾ ਜੀ ਮਤਲਬ ਉਹ ਆਪ ਬੜੇ ਚੇਤਨ ਨੇ ਜੀ ਮਤਲਬ। ਤਾਂ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਨੇ, ਬੜੇ ਵਧੀਆ ਵਿਚਾਰ ਨੇ ਜਿਹੜੇ ਸਾਡੇ ਨਾਲ ਸਾਂਝ ਪਾਈ ਹੈ ਵਿਚਾਰਾਂ ਦੀ। ਤਾਂ ਅੱਗੇ ਆਪਾਂ ਹੋਰ ਜੋ ਪੁਸਤਕ ਪ੍ਰਦਰਸ਼ਨੀ ਤੇ ਰੁਕੇ ਹੋਏ ਨੇ ਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਆਪਾਂ ਜਿਹੜੀ ਕਰਦੇ ਰਵਾਂਗੇ। ਮੈਡਮ ਸਤਿ ਸ੍ਰੀ ਅਕਾਲ ਜੀ। ਹਾਂਜੀ ਸਰ। ਕਿਤਾਬਾਂ ਪੁਸਤਕ ਪ੍ਰਦਰਸ਼ਨੀ ਤੇ ਪਹੁੰਚੇ ਹੋ, ਕੀ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਜੀ। ਜੀ ਬੱਚੇ ਨੂੰ ਨਾਲ ਲੈ ਕੇ ਪਹੁੰਚੋ, ਸਾਹਿਤ ਦੇ ਨਾਲ ਜੁੜ ਰਿਹਾ ਤਾਂ ਹਾਂਜੀ। ਵਧੀਆ ਲੱਗ ਰਿਹਾ ਤੁਹਾਨੂੰ? ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ ਉਪਰਾਲਾ, ਬਹੁਤ ਵਧੀਆ ਜੀ ਕੀ ਨੌਜਵਾਨ ਨੇ ਜਿਹੜੇ ਸਾਹਿਤ ਜਗਤ ਦੇ ਵਿੱਚ ਆ ਰਹੇ ਨੇ ਤੇ ਜੇ ਅਜੇ ਨਹੀਂ ਆਏ ਉਹਨਾਂ ਲਈ ਕੀ ਸੁਨੇਹਾ? ਉਹਨਾਂ ਲਈ ਇਹੀ ਹੈ ਕਿ ਫੋਨਾਂ 'ਚੋਂ ਬਾਹਰ ਨਿਕਲੋ। ਫੋਨਾਂ ਵਿੱਚ ਆਪਾਂ ਕੁਝ ਵੀ ਦੇਖਦੇ ਹਾਂ ਯਾਦ ਨਹੀਂ ਰਹਿੰਦਾ। ਬੁੱਕਸ ਵਿੱਚ ਜਿਹੜਾ ਆਪਾਂ ਕੁਝ ਦੇਖਦੇ ਹਾਂ ਉਹ ਸਿੱਧਾ ਦਿਮਾਗ 'ਚ ਆਉਂਦਾ, ਖਾਸ ਕਰ ਆਉਣ ਵਾਲੀ ਪੀੜ੍ਹੀ ਦੇ। ਮੈਂ ਤਾਂ ਆਹੀ ਕਹਿਣਾ ਚਾਹੁੰਦੀ ਹਾਂ ਕਿ ਹਰ ਇੱਕ ਨੂੰ ਬੱਚਿਆਂ ਨਾਲ ਬੁੱਕਸ ਨਾਲ ਜੋੜਨਾ ਚਾਹੀਦਾ, ਪੁਰਾਣੀਆਂ ਕਿਤਾਬਾਂ ਨਾਲ, ਪੁਰਾਣੇ ਵਿਚਾਰ, ਪੁਰਾਣੀਆਂ ਗੱਲਾਂ ਸਭ ਕੁਝ ਅੱਗੇ ਸਾਹਮਣੇ ਆਉਣ, ਬੱਚਿਆਂ ਨੂੰ ਸਮਝ ਲੱਗੇ ਦੁਨੀਆਦਾਰੀ ਦੀ, ਰਾਜਨੀਤੀ ਦੀ, ਸਰਕਾਰੀ ਦੀ, ਹਰ ਇੱਕ ਚੀਜ਼ ਦੀ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਬਹੁਤ ਵਧੀਆ ਵਿਚਾਰ ਨੇ ਮੈਡਮ ਦੇ ਤੇ ਅੱਗੇ ਆਪਾਂ ਹੋਰ ਵੀ ਜਿਹੜੇ ਦੋਸਤ ਇੱਥੇ ਮਿਲਣਗੇ ਆਪਾਂ ਉਹਨਾਂ ਦੇ ਨਾਲ ਕੋਸ਼ਿਸ਼ ਕਰਾਂਗੇ। ਤਾਂ ਇੱਕ ਹੋਰ ਸਟਾਲ ਹੈ ਜਿਹੜੀ ਆਪਾਂ ਪਹੁੰਚ ਚੁੱਕਾਂਗੇ, ਸਾਹਿਬਦੀਪ ਪਬਲੀਕੇਸ਼ਨ। ਸਤਿ ਸ੍ਰੀ ਅਕਾਲ ਜੀ। ਕਿੱਥੋਂ ਤੋਂ ਵੀਰੇ? ਫਰੀਦਕੋਟ ਤੋਂ ਹੀ ਹੈ ਜੀ। ਤਾਂ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ? ਹਾਂਜੀ ਬਹੁਤ ਵਧੀਆ ਮਿਲ ਰਿਹਾ ਹੁੰਗਾਰਾ ਜੀ। ਲੋਕ ਆ ਰਹੇ ਜੀ, ਕਿਤਾਬਾਂ ਲੈ ਰਹੇ ਜੀ। ਕਿਸ ਵੰਨਗੀ ਦੀਆਂ ਕਿਤਾਬਾਂ ਵੱਧ ਲੱਗ ਰਹੀਆਂ ਨੇ? ਕਵਿਤਾ, ਕਹਾਣੀ, ਗਜ਼ਲ? ਹਾਂਜੀ ਮਤਲਬ ਸਾਰੀਆਂ ਇੱਕ ਤਰ੍ਹਾਂ ਦੀਆਂ ਕਿਤਾਬਾਂ ਹੈਗੀਆਂ ਨੇ, ਨਾਵਲ ਵਗੈਰਾ ਜੀਵਨੀਆਂ ਸਾਰੀਆਂ। ਪਾਠਕ ਨੇ ਜਿਹੜੇ ਹਜੇ ਮੈਨੂੰ ਲੱਗਦਾ ਸਾਹਿਤ ਜਗਤ ਦੇ ਵਿੱਚ ਘੱਟ ਨੇ, ਅਗਰ ਉਹਨਾਂ ਨੂੰ ਹੋਰ ਸਾਹਿਤ ਦੇ ਨਾਲ ਜੋੜਨਾ ਹੈ ਤਾਂ ਕੀ ਵਿਚਾਰ ਨੇ ਤੁਹਾਡੇ? ਹਾਂਜੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਉਹਨਾਂ ਦੇ ਰਿਲੇਟਡ ਸਾਰਿਆਂ ਨੂੰ। ਤਾਂ ਇਹ ਗੱਲਬਾਤ ਕਰਨਾ ਚਾਹਾਂਗੇ ਮੈਡਮ, ਇੱਕ ਗੱਲ ਹੋਰ ਹੈ, ਪੰਜਾਬੀ ਮਾਂ ਬੋਲੀ ਦੇ ਵਿੱਚ ਕਿਤਾਬਾਂ ਤੁਹਾਡੇ ਕੋਲ ਉਪਲਬਧ ਨੇ। ਪੰਜਾਬੀ ਭਾਸ਼ਾ ਦੇ ਵਿੱਚ ਜੇ ਆਪਾਂ ਕਿਸੇ ਨੂੰ ਸਤਿ ਸ੍ਰੀ ਅਕਾਲ ਲਿਖਣਾ ਹੈ SSA ਲਿਖ ਦਿੱਤਾ ਜਾਂਦਾ, ਵਾਹਿਗੁਰੂ ਮਿਹਰ ਕਰੇ WMK ਲਿਖ ਦਿੱਤਾ ਜਾਂਦਾ। ਇਹਨੂੰ ਤੁਸੀਂ ਕਿੱਥੋਂ ਤੱਕ ਸਮਝਦੇ ਹੋ ਵੀ ਪੰਜਾਬੀ ਭਾਸ਼ਾ ਨੂੰ ਅੰਗਹੀਨ ਬਣਾਇਆ ਜਾ ਰਿਹਾ? ਹਾਂਜੀ ਇਹ ਤਾਂ ਬਿਲਕੁਲ ਗਲਤ ਗੱਲ ਹੈ। ਇੰਨੇ ਸ਼ਾਰਟ ਦੇ ਵਿੱਚ ਹੋ ਸਕਦਾ ਜਿਹੜੇ ਪਿਓਰ ਪੰਜਾਬੀ ਬੋਲਣ ਵਾਲੇ ਉਹ ਇੰਨੀ ਸਮਝ ਨਾ ਆਉਣਾ ਨਹੀਂ ਵੀ SSA ਲਿਖਦੇ ਨੇ। ਇਸ ਲਈ ਜੇ ਆਪਾਂ ਸਤਿ ਸ੍ਰੀ ਅਕਾਲ ਲਿਖਾਂਗੇ ਤਾਂ ਉਹ ਬਹੁਤ ਵਧੀਆ ਪ੍ਰਭਾਵ ਪੈਂਦਾ। ਇਸ ਲਈ ਪੰਜਾਬੀ ਸਾਹਿਤ ਨੂੰ ਇਸ ਲਈ ਅਸੀਂ ਅੱਗੇ ਲੈ ਕੇ ਆ ਰਹੇ ਹਾਂ। ਜਿਵੇਂ ਸਾਡੇ ਕੋਲ ਜ਼ਿਆਦਾਤਰ ਸਾਰੀਆਂ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਨੇ ਤੇ ਇਹਦੇ ਵਿੱਚ ਜੇ ਅਸੀਂ ਪਾਠਕਾਂ ਦੇ ਇੰਟਰਸਟ ਅਨੁਸਾਰ ਪੁੱਛੀਏ, ਜਿਵੇਂ ਕਵਿਤਾ, ਜਿਵੇਂ ਕਿ ਇਹ ਕਿੱਥੇ ਲਿਖਿਆ ਹੈ, ਇਹ ਕਿਤਾਬ ਬਹੁਤ ਜ਼ਿਆਦਾ ਚਰਚਿਤ ਹੋ ਰਹੀ ਹੈ, ਜ਼ਿਆਦਾ ਵਿਕ ਵੀ ਰਹੀ ਹੈ। ਜਿਵੇਂ ਕਿ ਮੈਨੂੰ ਛੁੱਟੀ ਚਾਹੀਦੀ ਹੈ, ਉਹ ਜਿਵੇਂ ਪੰਜਾਬੀ ਦੇ ਵਿੱਚ ਅਨੁਵਾਦ ਹੋਈ ਹੈ। ਜਿਵੇਂ ਹੋਰ ਸਾਹਿਤ ਦੀਆਂ ਜਿਹੜੀਆਂ ਜਿਵੇਂ ਇੰਗਲਿਸ਼ ਵਾਲੀਆਂ ਲਿਟਰੇਚਰ ਵਾਲੀਆਂ ਕਿਤਾਬਾਂ ਜੇ ਉਹ ਪੰਜਾਬੀ ਦੇ ਵਿੱਚ ਵੀ ਛਪਣਗੀਆਂ ਤਾਂ ਬਹੁਤ ਆਪਣਾ ਪੰਜਾਬੀ ਨੂੰ ਆਪਾਂ ਇਸੇ ਲੈਵਲ 'ਤੇ ਉੱਚਾ ਲੈ ਕੇ ਜਾ ਸਕਦੇ ਹਾਂ। ਮੰਨ ਲਓ ਇੰਗਲਿਸ਼ ਵਾਲੇ ਪਾਠਕ ਆ, ਉਹ ਇੰਗਲਿਸ਼ ਵਾਲੇ ਰਾਈਟਰਾਂ ਨੂੰ ਪੜ੍ਹਨਾ ਚਾਹੁੰਦੇ ਆ, ਜੇ ਉਹਨਾਂ ਦਾ ਪੰਜਾਬੀ ਅਨੁਵਾਦ ਆਉਂਦਾ ਤਾਂ ਬਹੁਤ ਵਧੀਆ ਗੱਲ ਆ ਵੀ ਆਪਣੀ ਪੰਜਾਬੀ ਅੱਗੇ ਆਏ ਜੀ। ਸਾਹਿਤ ਸਮਾਜ ਦਾ ਦਰਪਣ ਕਿਹਾ ਜਾਂਦਾ ਵੀ ਜਿਸ ਨੇ ਸਮਾਜ ਦੀ ਅਸਲ ਤਸਵੀਰ ਪੇਸ਼ ਕਰਨੀ ਹੁੰਦੀ ਆ। ਕਿਸੇ ਲੇਖਕ ਦੀ ਕਲਮ ਜ਼ਿਆਦਾਤਰ ਇਸ਼ਕ ਤੇ ਬੰਦਗੀ ਦੁਆਲੇ ਘੁੰਮਦੀ ਆ, ਸਮਾਜਿਕ ਸਰੋਕਾਰਾਂ ਦੀ ਗੱਲ ਬੜੀ ਘੱਟ ਹੁੰਦੀ ਆ। ਕੀ ਕਾਰਨ ਸਮਝਦੇ? ਹਾਂਜੀ ਅੱਜ ਕੱਲ੍ਹ ਇੱਕ ਤਾਂ ਸੋਸ਼ਲ ਮੀਡੀਆ ਬਹੁਤ ਵੱਡਾ ਕਾਰਨ ਇਹਦਾ। ਜਿਵੇਂ ਕਿ ਜਿਸ ਤਰ੍ਹਾਂ ਦੇ ਆਪਣੇ ਪੰਜਾਬੀ ਗਾਣੇ ਜਿਹੜੇ ਆ ਰਹੇ ਆ ਉਹਦਾ ਨੌਜਵਾਨਾਂ 'ਤੇ ਕੀ ਅਸਰ ਪੈ ਰਿਹਾ, ਅਤੇ ਇਸ ਲਈ ਨੌਜਵਾਨ ਵੀ ਉਹੋ ਜਿਹਾ ਹੀ ਮਤਲਬ ਕਵਿਤਾਵਾਂ ਪੜ੍ਹਨੀਆਂ ਪਸੰਦ ਕਰਦੇ ਆ ਜਾਂ ਉਹ ਕਹਾਣੀਆਂ ਪੜ੍ਹਨੀਆਂ ਪਸੰਦ ਕਰਦੇ ਆ। ਅਤੇ ਇਸ ਲਈ ਫਿਰ ਰਾਈਟਰਾਂ ਨੂੰ ਵੀ ਲੱਗਦਾ ਵੀ ਜੇ ਉਹ ਸਾਰਾ ਕੁਝ ਇਸ ਬੇਸ 'ਤੇ ਹੀ ਲਿਖਣਗੇ
ਤਾਂ ਉਹਨਾਂ ਦੀਆਂ ਜਿਹੜੀਆਂ ਸਾਹਿਤ ਉਹਨਾਂ ਦਾ ਜ਼ਿਆਦਾ ਪੜ੍ਹਿਆ ਜਾਊਗਾ। ਮੰਡੀ ਦੀ ਡਿਮਾਂਡ ਤੇ ਹਾਂਜੀ, ਨਹੀਂ ਇਹ ਨਹੀਂ ਹੈ ਵੀ ਉਹਨਾਂ ਦੀਆਂ ਮਤਲਬ ਪਿਆਰ ਮੁਹੱਬਤ ਤੋਂ ਬਿਨਾ ਹੋਰ ਕੋਈ ਆਪਣਾ ਵਿਸ਼ਾ ਨਹੀਂ ਹੈਗਾ। ਤੇ ਦੂਸਰੀਆਂ ਬਾਕੀ ਵੀ ਚਰਚਾ ਤੇ ਬਹੁਤ ਵਧੀਆ ਕਹਾਣੀਆਂ ਮਤਲਬ ਇਹ ਤੋਂ ਬਿਨਾ ਵੀ ਵਾਧੂ ਵਿਕ ਰਹੀਆਂ। ਇਹ ਬਿਲਕੁਲ ਨਹੀਂ ਆਪਾਂ ਕਹਿ ਸਕਦੇ ਵੀ ਬਿਲਕੁਲ ਸਾਰੀਆਂ ਪਿਆਰ ਮੁਹੱਬਤ ਵਾਲੀਆਂ ਵਿਕ ਰਹੀਆਂ। ਬਾਕੀ ਸਮਾਜ ਨੂੰ ਜਿਹੜਾ ਸੁਧਾਰਨ ਵਾਲੀਆਂ ਕਿਤਾਬਾਂ ਵੀ ਬਹੁਤ ਅੱਗੇ ਆ ਰਹੀਆਂ। ਬਾਕੀ ਇਹ ਤਾਂ ਕੋਈ ਮਾੜੀ ਗੱਲ ਨਹੀਂ ਹੈ ਜੇ ਪਿਆਰ ਮੁਹੱਬਤ ਜ਼ਿਆਦਾ ਲਿਖੀਆਂ ਜਾ ਰਹੀਆਂ ਜਾਂ ਜ਼ਿਆਦਾ ਵਿਕ ਰਹੀਆਂ ਤੇ ਬਹੁਤ ਇੱਕ ਚੰਗੀ ਗੱਲ ਹੀ ਆ। ਇਹ ਵੀ ਇੱਕ ਸਮਾਜ ਦਾ ਹਿੱਸਾ ਹੀ ਹੈ। ਸਾਹਿਤ ਸਮਾਜ ਦਾ ਦਰਪਣ ਕਿਹਾ ਜਾਂਦਾ ਵੀ ਜਿਸ ਨੇ ਸਮਾਜ ਦੀ ਅਸਲ ਤਸਵੀਰ ਨੂੰ ਪੇਸ਼ ਕਰਨਾ ਹੈ। ਹੁਣ ਗੀਤ ਹੈ ਜਿਹੜਾ ਉਹ ਸਾਹਿਤ ਦੇ ਹੀ ਇੱਕ ਹਿੱਸਾ। ਗੀਤ ਦੇ ਵਿੱਚ ਕਿਸੇ ਔਰਤ ਦਾ ਕੱਦ ਸ਼ਰਾਬ ਦੀਆਂ ਬੋਤਲਾਂ ਨਾਲ ਮਿਚਣਾ, ਉਹਨੂੰ ਫੀਮ ਵਰਗੀ ਦੱਸਣਾ, ਸਮੈਕ ਵਰਗੀ ਦੱਸਣਾ, ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਇੱਕ ਦੇਖੋ ਜੀ ਬਹੁਤ ਡੂੰਘੀ ਸਮੱਸਿਆ। ਮਰਦ ਪ੍ਰਧਾਨ ਸਮਾਜ ਜੋ ਹੈ ਸਾਡੇ ਸਮਝਿਆ ਜਾਂਦਾ ਵਾ, ਔਰਤ ਨੂੰ ਹਮੇਸ਼ਾ ਹੀ ਪੈਰ ਦੀ ਜੁੱਤੀ ਸਮਝਿਆ ਜਾਂਦਾ ਵਾ ਜਿਵੇਂ। ਪਰ ਹੁਣ ਹੌਲੀ ਹੌਲੀ ਮੈਨੂੰ ਲੱਗਦਾ ਵੀ ਚੇਂਜ ਆ ਰਿਹਾ। ਜਿਵੇਂ ਜਿਵੇਂ ਔਰਤਾਂ ਨੂੰ ਜਿਹੜੇ ਖੇਤਰ 'ਚ ਮੌਕੇ ਮਿਲੇ ਨੇ, ਚਾਹੇ ਉਹ ਆਈਲੈਟਸ ਹੋਵੇ, ਗੇਮਾਂ ਹੋਣ, ਓਲੰਪਿਕਸ ਹੋਣ, ਸਕੂਲ ਦੀ ਪੜ੍ਹਾਈ ਹੋਵੇ, ਹਰੇਕ ਵਿਸ਼ੇ ਵਿੱਚ ਔਰਤਾਂ ਹੀ ਅੱਗੇ ਜਾ ਰਹੀਆਂ ਨੇ ਤੇ ਮੈਨੂੰ ਲੱਗਦਾ ਵੀ ਇਹ ਬਹੁਤ ਜਲਦੀ ਹੀ ਹੌਲੀ ਹੌਲੀ ਚੇਂਜ ਆ ਜਾਏਗਾ। ਤਾਂ ਬਹੁਤ ਬਹੁਤ ਸ਼ੁਕਰੀਆ ਵੀਰ ਜੀ। ਤਾਂ ਅੱਗੇ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤੋਂ ਸਾਡੇ ਵਿਚਕਾਰ ਸੁਸ਼ੀਲ ਕੁਮਾਰ ਜੀ ਵੀ ਤੁਹਾਨੂੰ ਉਹਨਾਂ ਨੂੰ ਰੂਬਰੂ ਕਰਵਾਵਾਂਗੇ ਜਲਦੀ ਹੀ। ਤਾਂ ਬਲਦੇਵ ਸਿੰਘ ਜੀ ਵੀ ਜਿਹੜੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਲਗਾਤਾਰਤਾ ਦੇ ਵਿੱਚ ਤੁਸੀਂ ਜਿਹੜੀਆਂ ਪੁਸਤਕ ਪ੍ਰਦਰਸ਼ਨੀ ਦੇਖ ਸਕਦੇ ਹੋ। ਤਾਂ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਤੁਹਾਡੀ ਜਿਹੜੀ ਗੱਲਬਾਤ ਕਰਵਾਉਂਦੇ ਰਵਾਂਗੇ। ਤਾਂ ਅੱਗੇ ਸਾਡੇ ਸਰ ਬਲਦੇਵ ਸਿੰਘ ਜੀ ਤੇ ਸੁਸ਼ੀਲ ਕੁਮਾਰ ਜੀ ਸਾਡੇ ਨਾਲ ਜੁੜੇ ਹੋਏ ਨੇ। ਹੌਲੀ ਹੌਲੀ ਆਪਾਂ ਤੁਹਾਨੂੰ ਉਹਨਾਂ ਤੱਕ ਲੈ ਕੇ ਚੱਲਦੇ ਹਾਂ। ਦੂਜਾ ਅਧਿਆਪਕ ਦੇ ਜੋ ਰਚਨਾ ਉਹਨਾਂ ਨੇ ਕੀਤੀ ਹੋਈ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤਾਂ ਪੁਸਤਕ ਪ੍ਰਦਰਸ਼ਨੀ ਦੇ ਵਿੱਚ ਪਹੁੰਚੇ ਹੋ, ਕੀ ਮਹਿਸੂਸ ਕਰ ਰਹੇ ਹੋ? ਬਹੁਤ ਚੰਗਾ ਮਹਿਸੂਸ ਕਰ ਰਹੇ ਹਾਂ ਜੀ। ਨਵੇਂ ਪਾਠਕਾਂ ਨੂੰ ਜੋੜਨ ਦੇ ਲਈ ਕੋਈ ਨਵਾਂ ਮੈਸੇਜ? ਨਵੇਂ ਪਾਠਕਾਂ ਦੀ ਇਹ ਗੱਲ ਹੈਗੀ ਹੈ ਕਿ ਇਸ ਤਰ੍ਹਾਂ ਦੇ ਮੇਲੇ ਜਿਹੜੇ ਨੇ ਸਾਰੇ ਕਾਲਜਾਂ 'ਚ ਲੱਗਣੇ ਚਾਹੀਦੇ ਨੇ, ਸਾਰੇ ਪਿੰਡਾਂ 'ਚ ਲੱਗਣੇ ਚਾਹੀਦੇ ਨੇ ਤੇ ਪਾਠਕਾਂ ਨੂੰ ਪ੍ਰਕਾਸ਼ਕਾਂ ਦੁਆਰਾ ਤੇ ਲੇਖਕਾਂ ਦੁਆਰਾ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਪਾਠਕ ਉਸ ਗੱਲ ਨਾਲ ਜੁੜ ਸਕਣ। ਸਰ ਇੱਕ ਗੱਲ ਕਰੀਏ ਸਾਹਿਤ ਦੀ। ਸਾਹਿਤ ਦੇ ਵਿੱਚ ਜਦੋਂ ਕੋਈ ਕਵਿਤਾ ਲਿਖਦਾ ਇਸ਼ਕ ਤੇ ਬੰਦਗੀ ਦੀ ਗੱਲ ਕੀਤੀ ਜਾਂਦੀ ਆ, ਸਮਾਜਿਕ ਸਰੋਕਾਰਾਂ ਦੀ ਗੱਲ ਬਹੁਤ ਘੱਟ ਹੁੰਦੀ ਹੈ। ਕੀ ਕਹਿਣਾ ਚਾਹੁੰਦੇ ਹੋ? ਇਹ ਗੱਲ ਹੈ ਨਹੀਂ ਕਿ ਸਮਾਜਿਕ ਸਰੋਕਾਰਾਂ ਦੀ ਗੱਲ ਨਹੀਂ ਕੀਤੀ ਜਾਂਦੀ। ਗੱਲ ਇਹ ਹੈਗੀ ਹੈ ਕਿ ਤੁਸੀਂ ਉਸ ਤਰ੍ਹਾਂ ਦੇ ਲਿਟਰੇਚਰ ਦੀ ਪਛਾਣ ਕਰਨੀ ਹੁੰਦੀ ਹੈ ਕਿ ਤੁਸੀਂ ਕਰਨਾ ਕੀ ਹੈ। ਇਸ਼ਕ ਵੀ ਆਪਣੇ ਆਪ 'ਚ ਬਹੁਤ ਵੱਡੀ ਸ਼ੈ ਹੁੰਦੀ ਹੈ, ਬੰਦਗੀ ਵੀ ਆਪਣੇ ਆਪ 'ਚ ਬਹੁਤ ਵੱਡੀ ਸ਼ੈ ਹੁੰਦੀ ਹੈ। ਇਹ ਸਮਾਜਿਕ ਸਰੋਕਾਰਾਂ ਦੇ ਨਾਲ ਹੀ ਜੁੜੀਆਂ ਚੀਜ਼ਾਂ ਹੁੰਦੀਆਂ ਨੇ ਤੇ ਮੈਨੂੰ ਇਹ ਲੱਗਦਾ ਹੈਗਾ ਕਿ ਸਾਡੇ ਪਾਠਕਾਂ ਨੂੰ ਇਹ ਗੱਲ ਤੈਅ ਕਰ ਲੈਣੀ ਚਾਹੀਦੀ ਹੈ ਕਿ ਉਹਨਾਂ ਨੇ ਪੜ੍ਹਨਾ ਸਮਝਣਾ ਕੀ ਹੈ। ਕਿਤੇ ਨਾ ਕਿਤੇ ਜੋ ਨਹੀਂ ਵੀ ਲਿਖਦੇ, ਜਿਵੇਂ ਦੁਵਿਧਾ ਦੇ ਵਿੱਚ ਹੁੰਦੇ ਨੇ, ਮੰਨ ਲਓ ਜਿਵੇਂ ਕਹਿ ਦਿੱਤਾ, ਮੈਂ ਰਾਈਟਰ ਦਾ ਨਾਮ ਸ਼ਾਇਦ ਨਾ ਲਵਾਂ ਕਿਉਂ ਮੈਂਸ਼ਨ ਹੋ ਜਾਂਦਾ, ਕਹਿਣਾ ਚਾਹਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਅੱਜ ਦੇ ਲੇਖਕਾਂ ਦੀ ਕਿਤੇ ਨਾ ਕਿਤੇ ਕਲਮ ਗੁਲਾਮ ਹੈ ਜਾਂ ਡਰੀ ਹੋਈ ਆ? ਪਹਿਲੀ ਤਾਂ ਗੱਲ ਇਹ ਹੈਗੀ ਹੈ ਕਿ ਜਦੋਂ ਤੁਸੀਂ ਇਹ ਕੋਈ ਸਵਾਲ ਕਰਦੇ ਹੋ ਤਾਂ ਤੁਸੀਂ ਵੀ ਦੁਵਿਧਾ 'ਚ ਨਾ ਰਹੋ, ਨਾ ਲੈ ਕੇ ਗੱਲ ਕਰੋ। ਮੈਂ ਕਹਾਂਗਾ ਸੁਰਜੀਤ ਪਾਤਰ ਜੀਆਂ ਨੇ ਕਵਿਤਾ ਗਾਈ ਸੀ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸਮਾਧਾਨ ਕੀ ਕਹਿਣਗੇ। ਤਾਂ ਇਸ ਦੇ ਵਿੱਚ ਦੁਵਿਧਾ ਲੱਗ ਰਹੀ ਹੈ, ਕੀ ਕਹਿਣਾ ਚਾਹੁੰਦੇ ਹੋ? ਨਹੀਂ, ਇਹਦੇ 'ਚ ਦੁਵਿਧਾ ਹੈ ਨਹੀਂ, ਇਹ ਬਿਲਕੁਲ ਸਾਫ਼ ਗੱਲ ਹੈਗੀ ਹੈ। ਇੱਕ ਸਿਸਟਮ ਦੇ ਵਿਰੁੱਧ ਜਦੋਂ ਕੋਈ ਇਸ ਤਰ੍ਹਾਂ ਦਾ ਜਿਹੜਾ ਸਾਹਿਤਕਾਰ ਹੈ ਜਾਂ ਕੋਈ ਕਵਿਤਾ ਰਚਨ ਵਾਲਾ ਬੰਦਾ ਹੈਗਾ ਤਾਂ ਬਿਟਵੀਨ ਦੀ ਲਾਈਨਸ ਹੀ ਗੱਲ ਕਰਦਾ ਹੁੰਦਾ। ਮਸਲਾ ਇਹ ਹੈ ਵੀ ਅਸੀਂ ਉਹਨੂੰ ਕਿਵੇਂ ਸਮਝਦੇ ਹਾਂ। ਜੀ। ਤਾਂ ਇਹ ਕਿਤੇ ਨਾ ਕਿਤੇ ਹੁਣ ਗੀਤ ਦੀ ਗੱਲ ਕਰੀਏ ਜਾਂ ਪੰਜਾਬੀ ਮਾਤ ਭਾਸ਼ਾ ਦੀ ਗੱਲ ਕਰੀਏ, ਆਪਾਂ ਕਿਸੇ ਨੂੰ ਲਿਖਣਾ ਸਤਿ ਸ੍ਰੀ ਅਕਾਲ ਐਸਐਸਏ ਲਿਖ ਦਿੱਤਾ, ਤਾਂ ਸਮਝਦੇ ਹੋ ਵੀ ਪੰਜਾਬੀ ਭਾਸ਼ਾ ਨੂੰ ਅੰਗਹੀਨ ਬਣਾ ਕੇ ਪੇਸ਼ ਕੀਤਾ ਜਾ ਰਿਹਾ? ਨਹੀਂ, ਮਸਲਾ ਇਹ ਹੈਗਾ ਵੀ ਤੁਸੀਂ ਕਿਸ ਪਲੇਟਫਾਰਮ ਤੇ ਕਿਹੜੀ ਚੀਜ਼ ਲਿਖ ਰਹੇ ਹੈਗੇ ਹੋ। ਇੱਕ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸੋਸ਼ਲ ਮੀਡੀਆ ਦੀ ਭਾਸ਼ਾ ਹੈਗੀ ਹੈ। ਸੋਸ਼ਲ ਮੀਡੀਆ ਦੀ ਭਾਸ਼ਾ 'ਚ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਤੇ ਵਿਚਾਰਨ ਦਾ ਮਸਲਾ ਇਹ ਹੈਗਾ ਕਿ ਸੋਸ਼ਲ ਮੀਡੀਆ ਦੀ ਭਾਸ਼ਾ ਤੁਹਾਡੇ ਜਨ ਸਧਾਰਨ ਦੀ ਭਾਸ਼ਾ ਬਣਦੀ ਹੈ ਕਿ ਨਹੀਂ ਬਣਦੀ। ਜੇ ਉਹ ਬਣਦੀ ਹੈ ਤਾਂ ਕਈ ਵਾਰੀ ਬਹੁਤ ਹਾਨੀਕਾਰਕ ਸਿੱਧ ਹੁੰਦੀ ਹੈ, ਜਾਂ ਕਈ ਵਾਰੀ ਅਸੀਂ ਆਪਸੀ ਗੱਲਬਾਤ ਜਦੋਂ ਕਰਦੇ ਹਾਂ ਤਾਂ ਉਹਦੇ 'ਚ ਕੋਈ ਵੱਡੀ ਗੱਲ ਹੈ ਨਹੀਂ ਜੇ ਅਸੀਂ ਇਸ ਤਰੀਕੇ ਨਾਲ ਲਿਖ ਵੀ ਦਿੰਦੇ ਹੈਗੇ। ਸੋ ਮਸਲਾ ਇਹ ਹੈਗਾ ਕਿ ਤੁਸੀਂ ਚੀਜ਼ਾਂ ਨੂੰ ਸਮਝਦੇ ਕਿਸ ਤਰੀਕੇ ਦੇ ਨਾਲ। ਜੀ। ਤਾਂ ਨੌਜਵਾਨ ਜਿਹੜੇ ਸਾਹਿਤ ਦੇ ਨਾਲ ਨਹੀਂ ਜੁੜੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਜਿਹੜੇ ਨੌਜਵਾਨ ਸਾਹਿਤ ਦੇ ਨਾਲ ਨਹੀਂ ਜੁੜੇ ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਉਹਦੇ 'ਚ ਸਾਡੇ ਸਕੂਲ, ਸਾਡੀਆਂ ਸੰਸਥਾਵਾਂ, ਸਾਡੀ ਸਰਕਾਰ ਜ਼ਿੰਮੇਦਾਰ ਹੈ। ਨੌਜਵਾਨ ਇਹਦੇ ਲਈ ਜ਼ਿੰਮੇਦਾਰ ਹੈ ਨਹੀਂ, ਕਿਉਂਕਿ ਇਹਨਾਂ ਸੰਸਥਾਵਾਂ 'ਚੋਂ ਪੜ੍ਹਨ ਵਾਲੇ ਲੋਕ ਜੇ ਸਾਹਿਤ ਦੇ ਨਾਲ ਨਹੀਂ ਜੁੜਦੇ ਤਾਂ ਸਾਡੀਆਂ ਇਹਨਾਂ ਸੰਸਥਾਵਾਂ 'ਤੇ ਬਹੁਤ ਵੱਡਾ ਸਵਾਲੀਆ ਚਿੰਨ੍ਹ ਲੱਗਦਾ ਹੈਗਾ। ਸੋ ਮੁੱਢਲੀ ਜ਼ਿੰਮੇਦਾਰੀ ਸਾਡੀਆਂ ਸੰਸਥਾਵਾਂ ਦੀ ਬਣਦੀ ਹੈ। ਇਹ ਸੰਸਥਾਵਾਂ ਆਪਣੀ ਜ਼ਿੰਮੇਦਾਰੀ ਤੈਅ ਕਰਨ ਤਾਂ ਕਿ ਨੌਜਵਾਨ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜੁੜ ਸਕਣ। ਜੀ। ਤਾਂ ਬਹੁਤ ਬਹੁਤ ਸ਼ੁਕਰੀਆ ਸਰ। ਤਾਂ ਸਰ ਬਲਦੇਵ ਸਿੰਘ ਜੀ ਨੇ ਬੜੇ ਬਹੁਮੁੱਲੇ ਵਿਚਾਰ ਨੇ ਸਾਡੇ ਨਾਲ ਪੇਸ਼ ਕੀਤੇ ਨੇ। ਤਾਂ ਅੱਗੇ ਆਪਾਂ ਗੱਲਬਾਤ ਕਰਾਂਗੇ ਸਰ ਸੁਸ਼ੀਲ ਕੁਮਾਰ ਜੀ, ਤਾਂ ਇੰਗਲਿਸ਼ ਅਧਿਆਪਕ ਨੇ ਗੁਰੂ ਕਾਸ਼ੀ ਸਾਊਥ ਕੈਂਪਸ ਦੇ ਵਿੱਚ। ਤਾਂ ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਸਰ ਬਰਜਿੰਦਰਾ ਕਾਲਜ ਵਿਖੇ ਪਹੁੰਚੇ ਹੋ ਪੁਸਤਕ ਪ੍ਰਦਰਸ਼ਨੀ ਤੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਲੱਗ ਰਿਹਾ ਜੀ, ਬੜਾ ਸ਼ੁਭ ਸ਼ਗਨ ਹੈ ਔਰ ਆਏ ਸਾਲ ਇਹ ਕਰਦੇ ਨੇ ਤੇ ਕਾਫੀ ਵਧੀਆ ਕਰਨਾ ਚਾਹੀਦਾ ਔਰ ਹੋਰ ਵੀ ਇਸ ਤਰ੍ਹਾਂ ਦੇ ਮੇਲੇ ਬਹੁਤ ਸਾਰੇ ਲੱਗਣੇ ਚਾਹੀਦੇ ਨੇ। ਆਪਾਂ ਵੀ ਆਪਣੇ ਕੈਂਪਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਊਥ ਕੈਂਪਸ ਲਵਾਵਾਂਗੇ ਬਹੁਤ ਛੇਤੀ ਮੇਲਾ। ਵਧੀਆ ਗੱਲ ਸਰ। ਤਾਂ ਤੁਹਾਡੀਆਂ ਵੀ ਕਿਤਾਬਾਂ ਆਈਆਂ ਨੇ, ਦੂਜਾ ਅਧਿਆਪਕ ਹੋਰ ਨੌਜਵਾਨਾਂ ਦੇ ਕੋਈ ਸਾਹਿਤ ਜਗਤ 'ਚ ਕਿਤਾਬ ਲੈ ਕੇ ਆ ਰਹੇ ਹੋ? ਹਾਂ, ਜਿਵੇਂ ਸਾਡੀ ਜਿਹੜੇ ਸਟੂਡੈਂਟ ਨੇ ਕੀਤੀ ਸੀਗੀ, ਜਿਹੜੀ ਭਾਸ਼ਾਵਾਂ ਵਿਭਾਗ ਹੈਗਾ ਉੱਥੇ ਤਲਵੰਡੀ ਸਾਬੋ, ਉਹਨਾਂ ਨੇ ਆਜ਼ਾਦੀ ਮੇਰਾ ਬ੍ਰਾਂਡ ਕਿਤਾਬ ਕੀਤੀ ਸੀ। ਜਿਹੜੇ MA ਦੇ ਵਿਦਿਆਰਥੀ ਸੀ, ਰਿਸਰਚ ਸਕਾਲਰ ਦੇ, ਉਹ ਅਨੁਵਾਦ ਕੀਤੀ ਸੀ ਤੇ ਉਹ ਪੰਜਾਬੀ ਦੀ ਜਿਹੜੀ 2019 ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ ਰਹੀ। ਇਸ ਵਾਰ ਅਸੀਂ ਜਿਹੜਾ ਦੋਸਤੋਵਸਕੀ ਹੈ, ਰੂਸੀ ਰਾਈਟਰ ਹੈ ਜਿਹੜਾ, ਤੇ ਉਸ ਦਾ 200ਵਾਂ ਵਰ੍ਹਾ ਵੀ ਮਨਾ ਰਹੇ ਹਾਂ ਤੇ ਉਹਨਾਂ ਦੀ ਇੱਕ ਕਿਤਾਬ ਵੀ ਅਸੀਂ ਅਨੁਵਾਦ ਨੇ ਛਾਪੀ ਹੈ, ਉਹਨਾਂ ਕੋਲ ਪਈ ਹੈ, ਨੋਟਸ ਫਰੋਮ ਅੰਡਰਗਰਾਊਂਡ। ਉਹ ਇੱਕ ਨਾਵਲ ਸੀਗਾ ਨੋਟਸ ਫਰੋਮ ਅੰਡਰਗਰਾਊਂਡ, ਉਸ ਨੂੰ ਅਸੀਂ ਪੰਜਾਬੀ 'ਚ ਅਨੁਵਾਦ ਕੀਤਾ ਸਾਰੇ ਵਿਦਿਆਰਥੀਆਂ ਨੇ ਮਿਲ ਕੇ ਤੇ ਮੈਂ ਉਹਨੂੰ ਐਡਿਟ ਕੀਤਾ। ਤੇ ਇਸ ਤਰ੍ਹਾਂ ਦਾ ਅਸੀਂ, ਕਿਉਂਕਿ ਅਸੀਂ ਸਾਹਿਤ ਨਾਲ ਜੁੜੇ ਹੋਏ ਹਾਂ, ਸਾਹਿਤ ਦੇ ਅਸੀਂ ਮਤਲਬ ਵਿਦਿਆਰਥੀ ਹਾਂ ਜਾਂ ਅਧਿਆਪਕ ਹਾਂ, ਇਸ ਕਰਕੇ ਸਾਹਿਤ ਜਿਹੜਾ ਹੈਗਾ ਸਮਾਜ ਦਾ ਦਰਪਣ ਹੈ, ਤਾਂ ਇਹਦੇ ਅਸਲੀ ਅਰਥਾਂ ਦੇ ਵਿੱਚ ਥੋੜਾ ਐਕਸਪਲੇਨ ਕਰਕੇ ਦੱਸ ਸਕਦੇ ਹੋ? ਹਾਂਜੀ, ਇਹ ਮੁਨਸ਼ੀ ਪ੍ਰੇਮ ਚੰਦ ਜੋ ਹਿੰਦੀ ਦੇ ਕਵੀ ਹੋਏ ਨੇ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਸਾਹਿਤ ਹੈ ਉਹ ਸਮਾਜ ਦਾ ਮਿਰਰ ਟੂ ਸੋਸਾਇਟੀ, ਜਾਂ ਉਸ ਤੋਂ ਪਹਿਲਾਂ ਜਿਹੜੇ ਰਸ਼ੀਅਨ ਗੋਰਕੀ ਹੋਏ ਨੇ ਜਿਨ੍ਹਾਂ ਨੇ ਮਦਰ ਨਾਵਲ ਲਿਖਿਆ, ਉਹਨਾਂ ਨੇ ਵੀ ਇਸ ਤਰ੍ਹਾਂ ਦੀ ਗੱਲ ਕਹੀ ਸੀਗੀ। ਤਾਂ ਇਹ ਤਾਂ ਬਿਲਕੁਲ ਠੀਕ ਹੈ ਕਿ ਆਪਾਂ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਲਿਟਰੇਚਰ ਇਜ਼ ਨਥਿੰਗ ਬਟ ਦਾ ਰਿਪਰੈਜ਼ੈਂਟੇਸ਼ਨ ਆਫ ਹਿਊਮਨ ਬਿਹੇਵੀਅਰ, ਹਿਊਮਨ ਦੀ ਰਿਪਰੈਜ਼ੈਂਟੇਸ਼ਨ ਪੇਸ਼ਕਾਰੀ ਹੀ ਕਰਦਾ ਹੈ ਸਾਹਿਤ। ਹਾਂ, ਇਸ ਨਾਲੋਂ ਵੀ ਕਿਤੇ ਵੱਧ ਕੇ ਹੈ, ਮਤਲਬ ਇਸ ਨਾਲੋਂ ਉਹ ਸਮਾਜ ਨੂੰ ਇੱਕ ਸੇਧ ਵੀ ਦਿੰਦਾ ਹੈ, ਕਿਉਂਕਿ ਜਿਹੜਾ ਲੇਖਕ ਹੁੰਦਾ ਉਹ ਸਿਰਫ ਚੀਜ਼ਾਂ ਨੂੰ ਪੇਸ਼ਕਾਰੀ ਹੀ ਨਹੀਂ ਕਰਦਾ ਜੋ ਦਿਖਦੀਆਂ ਚੀਜ਼ਾਂ ਨੇ, ਬਲਕਿ ਉਹ ਕੁਝ ਨਵੀਆਂ ਚੀਜ਼ਾਂ ਸਿਰਜਣ ਦੀ ਵੀ ਗੱਲ ਕਰਦਾ ਹੈ। ਤਾਂ ਉਹ ਇਸ ਕਰਕੇ ਸਾਹਿਤ ਸਮਾਜ ਦਾ ਸ਼ੀਸ਼ਾ ਤਾਂ ਹੈ ਹੀ ਹੈ, ਇਸ ਦੇ ਨਾਲ ਨਾਲ ਉਹ ਸਮਾਜ ਨੂੰ ਇੱਕ ਦਿਸ਼ਾ ਦੇਣ ਵਾਲਾ, ਸਮਾਜ ਨੂੰ ਸੇਧ ਦੇਣ ਵਾਲਾ ਤੇ ਸਮਾਜ ਨੂੰ ਨਵੇਂ ਸੁਪਨੇ ਦੇਣ ਵਾਲਾ ਤੇ ਨਵੇਂ ਜਿਹੜੇ ਮਤਲਬ ਉਦੇਸ਼ ਦੇਣ ਵਾਲਾ ਵੀ ਹੈ। ਸਰ ਕਿਤੇ ਨਾ ਕਿਤੇ ਜਿਹੜਾ ਗੀਤ ਆ, ਇੱਕ ਵਿਧਾ ਹੈਗੀ ਹੈ, ਜਿਵੇਂ ਕਵਿਤਾਵਾਂ ਦੀਆਂ ਕਿਤਾਬਾਂ ਆਉਂਦੀਆਂ ਨੇ, ਕਹਾਣੀਆਂ ਦੀਆਂ ਵੀ ਆਉਂਦੀਆਂ, ਪਰ ਗੀਤਾਂ ਦੀਆਂ ਜਿਹੜੀਆਂ ਕਿਤਾਬਾਂ ਅੱਜ ਕੱਲ੍ਹ ਬਿਲਕੁਲ ਖਤਮ ਹੋ ਚੁੱਕੀਆਂ ਨੇ। ਤੁਸੀਂ ਮੰਨਦੇ ਹੋ ਵੀ ਸਾਹਿਤ ਦਾ ਕਿਤੇ ਨਾ ਕਿਤੇ ਕੰਗ ਕੱਟਿਆ ਜਾ ਰਿਹਾ? ਹਾਂ, ਨਹੀਂ, ਗੀਤ ਬੜਾ ਮਤਲਬ ਬਹੁਤ ਸਿਗਨੀਫੀਕੈਂਟ ਪਾਰਟ ਹੁੰਦਾ ਹੈ। ਬਹੁਤ ਸਾਰੇ ਚੰਗੇ ਗੀਤ ਲਿਖੇ ਜਾਣੇ ਚਾਹੀਦੇ ਨੇ, ਜਿਵੇਂ ਪੁਰਾਣੇ ਆਪਾਂ ਸੁਣਦੇ ਹਾਂ ਬਹੁਤ ਚੰਗੇ ਗੀਤ ਸੀ, ਕੁਝ ਹੋ ਵੀ ਰਹੇ ਨੇ, ਜਿਵੇਂ ਰਾਣੀ ਤੱਤ ਪਿੱਛੇ ਜੇ ਕਿਤਾਬ ਆਈ ਸੀ, ਉਹਦੇ 'ਚ ਕੁਝ ਗੀਤ ਬੜੇ ਚੰਗੇ ਸੀ। ਕੁਝ ਹੋਰ ਜਿਹੜੇ ਨੌਜਵਾਨ ਲੇਖਕ ਨੇ ਉਹ ਲਿਖ ਰਹੇ ਨੇ, ਮਤਲਬ ਹੋਰ ਜ਼ਿਆਦਾ ਆਉਣੇ ਚਾਹੀਦੇ ਨੇ। ਨਹੀਂ, ਉਹ ਬਹੁਤ ਇੰਪੋਰਟੈਂਟ ਅੰਗ ਹੈ ਸਾਹਿਤ ਦਾ। ਹਾਂ, ਨੌਜਵਾਨਾਂ ਦੇ ਲਈ ਸੁਨੇਹਾ ਕੀ ਦੇਣਾ ਚਾਹੁੰਦੇ ਜੋ ਸਾਹਿਤ ਦੇ ਨਾਲ ਅਜੇ ਤੱਕ ਨਹੀਂ ਜੁੜੇ? ਸਾਹਿਤ ਨਾਲ ਤਾਂ ਮਤਲਬ ਜੁੜਨਾ ਹੀ ਚਾਹੀਦਾ ਹੈ। ਜਿਵੇਂ ਆਪਣੇ ਬਹੁਤ ਪੁਰਾਣੇ ਜਿਹੜੇ ਭਰਤ ਹਰੀ ਮੁਨੀ ਸੀਗੇ, ਈਸਵੀ ਪੂਰਵ 'ਚ ਜਿਹੜੇ ਸੰਸਕ੍ਰਿਤ ਦੇ ਵਿਦਵਾਨ ਸੀ, ਉਹਨਾਂ ਨੇ ਕਿਹਾ ਸੀ ਕਿ ਜਿਹੜਾ ਬੰਦੇ ਨੂੰ ਸਾਹਿਤ, ਕਲਾ ਅਤੇ ਸੰਗੀਤ ਨਾਲ ਰੁਚੀ ਨਹੀਂ ਜਾਂ ਸੰਗੀਤ ਨਾਲ ਉਹਨੂੰ ਪਿਆਰ ਨਹੀਂ, ਤਾਂ ਅਸੀਂ ਸ਼ੱਕ ਹੈ ਕਿ ਅਸੀਂ ਉਸ ਨੂੰ ਇਨਸਾਨ ਕਹਿ ਵੀ ਸਕਦੇ ਹਾਂ ਕਿ ਨਹੀਂ ਕਹਿ ਸਕਦੇ। ਇਸ ਕਰਕੇ ਇੱਕ ਤਾਂ ਇਹੀ ਵੀ ਸਾਹਿਤ ਨਾਲ ਜੁੜਨਾ ਬਹੁਤ ਲਾਜ਼ਮੀ ਹੈ, ਕਿਉਂਕਿ ਸਾਹਿਤ ਨਾਲ ਜੁੜ ਕੇ ਸਾਨੂੰ ਇੱਕ ਤਾਂ ਜਿਹੜੀ ਸਾਡੇ ਅੰਦਰ ਸੰਵੇਦਨਾ ਦੀ ਕਮੀ ਹੁੰਦੀ ਜਾ ਰਹੀ ਹੈ, ਜਿਹੜੇ ਅਸੀਂ ਸੈਂਸਿਟੀਵਿਟੀ ਦੀ ਇੱਕ ਸਾਡੇ ਅੰਦਰ ਕਮੀ ਹੈ। ਸਾਹਿਤ ਜਿਹੜਾ ਉਹ ਸਾਨੂੰ ਸੈਂਸਿਟੀਵਿਟੀ ਦਿੰਦਾ, ਜਿਹੜਾ ਇਨਸਾਨ ਹੋਣ ਦਾ ਇੱਕ ਲਾਜ਼ਮੀ ਗੁਣ ਹੈ। ਦੂਸਰਾ, ਜਿਹੜਾ ਸਾਹਿਤ ਨਾਲ ਜੁੜ ਕੇ ਅਸੀਂ ਆਲੋਚਨਾਤਮਕ ਚੀਜ਼ਾਂ ਨੂੰ ਦੇਖਣਾ, ਆਲੋਚਨਾਤਮਕ ਢੰਗ ਨਾਲ ਦੇਖਣਾ, ਨਾ ਕਿ ਸਿਰਫ ਇੱਕ ਕਹਿਰੇ ਤਰੀਕੇ ਨਾਲ ਦੇਖਣਾ, ਬਲਕਿ ਬਹੁਤ ਸਾਰੇ ਪੱਖਾਂ ਤੋਂ ਕਿਸੇ ਚੀਜ਼ ਨੂੰ ਦੇਖਣਾ, ਸਮਝਣਾ, ਉਸ ਤਰ੍ਹਾਂ ਦੀ ਸੂਝ ਸਾਡੇ ਅੰਦਰ ਸਾਹਿਤ ਪੈਦਾ ਕਰਦਾ। ਕਿਉਂਕਿ ਸਾਹਿਤ ਦੇ ਅੰਦਰ ਇਕਨੋਮਿਕਸ ਵੀ ਹੁੰਦੀ ਹੈ, ਸਾਹਿਤ ਦੇ ਅੰਦਰ ਸਾਇੰਸ ਵੀ ਹੁੰਦੀ ਹੈ, ਸਾਹਿਤ ਦੇ ਅੰਦਰ ਮੈਥ ਵੀ ਹੁੰਦਾ ਹੈ, ਸਾਹਿਤ ਦੇ ਅੰਦਰ ਹਿਸਟਰੀ ਵੀ ਹੁੰਦੀ ਹੈ, ਪੋਲੀਟੀਕਲ ਸਾਇੰਸ ਵੀ ਹੁੰਦੀ ਹੈ। ਤਾਂ ਇੱਕ ਸਾਹਿਤ ਸਾਰੇ ਵਿਸ਼ਿਆਂ ਦਾ ਇੱਕ ਪੈਕੇਜ ਹੁੰਦਾ ਤੇ ਇਸ ਸਾਰੀ ਚੀਜ਼ਾਂ ਨੂੰ ਇੱਕ ਥਾਂ ਤੇ ਪੜ੍ਹਨ ਸਮਝਣਾ ਨੌਜਵਾਨ ਪੀੜ੍ਹੀ ਲਈ ਬਹੁਤ ਲਾਜ਼ਮੀ ਹੈ। ਤੇ ਉਹ ਸਾਹਿਤ ਤੋਂ ਤੁਸੀਂ ਇੱਕ ਥਾਂ ਤੋਂ ਹੀ ਤੁਸੀਂ ਸਾਰੀਆਂ ਚੀਜ਼ਾਂ ਹਾਸਲ ਕਰ ਸਕਦੇ ਹੋ। ਤੇ ਦੂਜੀ ਗੱਲ ਉਹੀ ਕਿ ਸੰਵੇਦਨਾ ਵਾਲੀ
ਅਸੀਂ ਕਿਸੇ ਨੂੰ ਜ਼ਿੰਦਗੀ ਨੂੰ ਕਿਵੇਂ ਜੀਣਾ ਹੈ, ਕਿਉਂਕਿ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਵੀ ਸਾਇੰਟੀਫਿਕੇਸ਼ਨ ਆਫ ਹਿਊਮਨ ਬਿਹੇਵੀਅਰ ਹੁੰਦਾ ਹੈ। ਤਾਂ ਇਨਸਾਨ ਨੂੰ ਜਾਣਨਾ ਤਾਂ ਸਾਹਿਤ ਨੂੰ ਜਾਣਨਾ ਜ਼ਰੂਰੀ ਹੈ। ਤਾਂ ਜੇ ਇਨਸਾਨ ਨੂੰ ਜਾਣਾਂਗੇ ਤਾਂ ਹੀ ਅਸੀਂ ਆਪਦੇ ਆਪ ਨੂੰ ਜਾਣਾਂਗੇ, ਤਾਂ ਆਪਣੇ ਆਪ ਨੂੰ ਜਾਣਾਂਗੇ ਤਾਂ ਸਮਾਜ ਨੂੰ ਜਾਣਾਂਗੇ। ਤਾਂ ਇਹ ਸਾਰੇ ਤਾਣੇ ਬਾਣੇ ਨੂੰ ਇੱਕ ਥਾਂ ਤੇ ਜਿਹੜਾ ਸਾਹਿਤ ਇਕੱਠਾ ਕਰਦਾ ਹੈ। ਜੀ ਤਾਂ ਬਹੁਤ ਬਹੁਤ ਸ਼ੁਕਰੀਆ ਸਰ। ਸਰ ਸੁਸ਼ੀਲ ਕੁਮਾਰ ਜੀ ਸਾਡੇ ਨਾਲ ਜੁੜੇ ਸੀ ਗੁਰੂ ਕਾਸ਼ੀ ਸਾਊਥ ਕੈਂਪਸ ਤਲਵੰਡੀ ਸਾਬੋ ਤੋਂ। ਤਾਂ ਹੋਰ ਵੀਰਾਂ ਦੇ ਨਾਲ ਵੀ ਆਪਾਂ ਜਿਹੜੀ ਗੱਲਬਾਤ ਕਰਨੀ ਚਾਹਾਂਗੇ ਜੀ। ਤਾਂ ਬਹੁਤ ਬਹੁਤ ਸ਼ੁਕਰੀਆ ਦੋਸਤੋ। ਬਾਬਾ ਫਰੀਦਕੋਟ ਬਰਜਿੰਦਰਾ ਕਾਲਜ ਦੇ ਵਿੱਚ ਅੱਜ ਆਪਾਂ ਪੁਸਤਕ ਮੇਲੇ ਤੇ ਪਹੁੰਚੇ ਸੀ। ਤਾਂ ਇਸੇ ਤਰ੍ਹਾਂ ਦੀਆਂ ਜੋ ਹੋਰ ਇਸ ਤਰ੍ਹਾਂ ਦੇ ਵਧੀਆ ਹੈਗੇ ਨੇ ਵਰਕ, ਤਾਂ ਉਹਨਾਂ ਤੁਹਾਡੇ ਹਮੇਸ਼ਾ ਹੀ ਸਾਹਮਣੇ ਕਰਦੇ ਰਹਾਂਗੇ। ਤਾਂ ਤਦ ਤੱਕ ਲਈ ਦਿਓ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ।